ਰੋਜ਼ਾਨਾ ਲੋਕ ਨਾਥ ਟੀਵੀ ਦਾ ਸਪੈਸ਼ਲ ਪ੍ਰੋਗਰਾਮ ਪ੍ਰਾਈਮ ਮੁੱਦਾ ਦੇਖ ਰਹੇ ਹੋ ਤੁਸੀਂ। ਮੈਂ ਹਾਂ ਸੁਖਵਿੰਦਰ ਸਿੰਘ ਸਿੱਧੂ ਤੁਹਾਡਾ ਸਵਾਗਤ ਕਰਦਾ। ਪ੍ਰੋਗਰਾਮ ਦੇ ਵਿੱਚ ਲੈ ਕੇ ਹਾਜ਼ਰ ਹਾਂ ਪੰਜਾਬ ਤੇ ਦੇਸ਼ ਦੇ ਨਾਲ ਜੁੜੀਆਂ ਕੁਝ ਵੱਡੀਆਂ ਤੇ ਅਹਿਮ ਖਬਰਾਂ। ਗੱਲਬਾਤ ਕਰਾਂਗੇ ਕਿ ਜਦੋਂ ਆਮ ਆਦਮੀ ਪਾਰਟੀ ਵਿਰੋਧੀ ਧਿਰ ਦੇ ਵਜੋਂ ਭੂਮਿਕਾ ਜਿਹੜੀ ਆ ਨਿਭਾ ਰਹੀ ਸੀ ਤਾਂ ਉਹ ਬਹੁਤ ਸਾਰੇ ਮੁੱਦਿਆਂ ਨੂੰ ਲੈ ਕੇ ਚਿੰਤਿਤ ਦਿਖਾਈ ਜਿਹੜੀ ਆ ਉਹ ਦਿੰਦੀ ਸੀ ਤੇ ਕਿਤੇ ਰਾਘਵ ਚੱਡਾ ਤੇ ਕਿਤੇ ਵੱਖ-ਵੱਖ ਲੀਡਰ ਜਿਹੜੇ ਆ ਕਿਤੇ ਮੌਕੇ ਤੇ ਜਾ ਕੇ ਤੇ ਕਿਤੇ ਪ੍ਰੈਸ ਕਾਨਫਰੰਸ ਕਰਕੇ ਮਾਈਨਿੰਗ ਦੇ ਮੁੱਦੇ ਦੇ ਉੱਪਰ ਬੋਲਦੇ ਸੀ। ਪਰ ਆਪਣੀ ਸਰਕਾਰ ਦੇ ਵਿੱਚ ਇਹਨਾਂ ਮੁੱਦਿਆਂ ਦਾ ਜਿਹੜੇ ਮੁੱਦੇ ਉਹ ਲਗਾਤਾਰ ਵਿਰੋਧੀ ਧਿਰ ਦੇ ਵਿੱਚ ਚੁੱਕਦੇ ਰਹੇ ਨੇ, ਉਹਨਾਂ ਦੀ ਆਪਣੀ ਸਰਕਾਰ ਦੇ ਵਿੱਚ ਉਹਨਾਂ ਮੁੱਦਿਆਂ ਦਾ ਕੀ ਹਾਲ ਹੈ ਉਸ ਤੇ ਗੱਲਬਾਤ ਕਰਾਂਗੇ। ਇੱਕ ਵੱਡੀ ਘਟਨਾ ਵਾਪਰੀ ਹੈ ਜਿਸ ਤੋਂ ਬਾਅਦ, ਹਾਲਾਂਕਿ ਘਟਨਾਵਾਂ ਬਹੁਤ ਸਾਰੀਆਂ ਵਾਪਰ ਰਹੀਆਂ ਨੇ, ਚਾਹੇ ਉਹ ਨਸ਼ੇ ਨੂੰ ਲੈ ਕੇ ਹੋਵੇ, ਚਾਹੇ ਉਹ ਗਰੰਟੀਆਂ ਨੂੰ ਲੈ ਕੇ ਹੋਵੇ, ਚਾਹੇ ਉਹ ਬਿਜਲੀ ਦੇ ਮੁੱਦੇ ਨੂੰ ਲੈ ਕੇ ਹੋਵੇ, ਪਰ ਇੱਕ ਹੋਰ ਅਜਿਹੀ ਘਟਨਾ ਵਾਪਰੀ ਹੈ ਪੰਜਾਬ ਦੇ ਅੰਦਰ ਜਿਸ ਤੋਂ ਬਾਅਦ ਆਮ ਆਦਮੀ ਪਾਰਟੀ ਤੇ ਭਗਵੰਤ ਮਾਨ ਦੀ ਸਰਕਾਰ ਦੇ ਉੱਪਰ ਕਈ ਤਰੀਕੇ ਦੇ ਜਿਹੜੇ ਆ ਉਹ ਸਵਾਲ ਖੜੇ ਹੋ ਗਏ ਨੇ। ਤੇ ਇਸ ਤਰ੍ਹਾਂ ਲੱਗਦਾ ਹੈ ਕਿ ਜਿਵੇਂ ਆਮ ਆਦਮੀ ਪਾਰਟੀ ਜਿਹੜੀ ਹੈ ਆਪ ਸੱਤਾ ਦੇ ਵਿੱਚ ਆ ਕੇ ਕੁਝ ਗੱਲਾਂ ਭੁੱਲ ਗਈ ਹੋਵੇ ਤੇ ਵਿਰੋਧੀ ਧਿਰ ਦੇ ਵਿੱਚ ਬੈਠ ਕੇ ਉਹੀ ਪਹਿਲਾਂ ਨਾਟਕ ਕਰ ਰਹੀ ਹੋਵੇ। ਗੱਲ ਕੀ ਹੈ, ਮਾਮਲਾ ਕੀ ਹੈ, ਕਹਾਣੀ ਕੀ ਹੈ, ਉਹ ਅਸੀਂ ਦੱਸਾਂਗੇ ਤੇ ਉਹ ਤੇ ਵਿਚਾਰ ਚਰਚਾ ਵੀ ਕਰਾਂਗੇ ਕਿ ਵਾਕਈ ਆਮ ਆਦਮੀ ਪਾਰਟੀ ਮੁੱਦਿਆਂ ਤੇ ਖੜੀ ਹੈ ਸਰਕਾਰ ਚੋਣ ਤੋਂ ਬਾਅਦ ਜਾਂ ਨਹੀਂ। ਉਸ ਤੋਂ ਬਾਅਦ ਗੱਲਬਾਤ ਕਰਾਂਗੇ ਕਿ ਜਿਹੜਾ ਕਾਂਗਰਸ ਦਾ ਜਿਹੜਾ ਚਿੰਤਨ ਸ਼ਿਵਰ 3 ਦਿਨਾਂ ਦਾ ਚੱਲ ਰਿਹਾ ਸੀਗਾ, ਉਸ ਚਿੰਤਨ ਸ਼ਿਵਰ ਦੇ ਵਿੱਚੋਂ ਕੀ ਨਿਕਲਿਆ ਤੇ ਉਸ ਚਿੰਤਨ ਸ਼ਿਵਰ ਤੋਂ ਬਾਅਦ CWC ਦੀ ਜਿਹੜੀ ਮੀਟਿੰਗ ਹੋਈ ਹੈ ਉਹਦੇ ਵਿੱਚ ਕੁਝ ਵੱਡੇ ਬਦਲਾਵ, ਕੁਝ ਵੱਡੇ ਪ੍ਰਸਤਾਵ ਜਿਹੜੇ ਆ ਪਾਸ ਕੀਤੇ ਗਏ ਆ ਤੇ ਨਾਲ ਹੀ ਨਾਲ ਗੱਲ ਇਹ ਵੀ ਹੈ ਕੁਝ ਅਸੰਤੁਸ਼ਟ ਜਿਹੜੇ ਲੋਕ ਕਾਂਗਰਸ ਤੋਂ ਵੱਡੇ ਲੀਡਰ ਸੀ ਉਹਨਾਂ ਦੀਆਂ ਜਿਹੜੀਆਂ ਮੰਗਾਂ ਠੁਕਰਾ ਦਿੱਤੀਆਂ ਗਈਆਂ ਨੇ। ਤਾਂ ਅਜਿਹੇ 'ਚ ਸਵਾਲ ਇਹ ਉੱਠਦਾ ਹੈ ਕਿ ਜੇ ਅਸੰਤੁਸ਼ਟ ਆਗੂਆਂ ਨੂੰ ਤੁਸੀਂ ਸੰਤੁਸ਼ਟ ਨਹੀਂ ਕਰ ਪਾਏ ਤਾਂ ਫਿਰ ਸ਼ਿਵਰ ਦੇ ਵਿੱਚੋਂ ਨਿਕਲਿਆ ਕੀ ਸਿਰਫ ਇੱਕ ਖਾਨਾ ਪੂਰਤੀ ਸੀ ਜਾਂ ਫਿਰ ਸ਼ਿਵਰ ਦੇ ਵਿੱਚੋਂ ਕੁਝ ਨਿਕਲੇਗਾ? ਇਹ ਸ਼ਿਵਰ ਤੋਂ ਬਾਅਦ ਕਾਂਗਰਸ ਜਿਹੜੀ ਆ ਉਹ ਦੇਸ਼ ਦੇ ਅੰਦਰ ਪੱਬਾਂ ਭਾਰ ਹੋਏਗੀ, ਪੈਰਾਂ ਸਿਰ ਹੋਏਗੀ? ਇਸ ਤੇ ਗੱਲਬਾਤ ਕਰਾਂਗੇ। ਗੱਲਬਾਤ ਕਰਨ ਦੇ ਲਈ ਮੇਰੇ ਨਾਲ ਪ੍ਰੋਫੈਸਰ ਮਨਜੀਤ ਸਿੰਘ ਅਣਖੀ ਜੀ ਜੁੜੇ ਨੇ। ਸਭ ਤੋਂ ਪਹਿਲਾਂ ਸਵਾਗਤ ਕਰ ਲੈਂਦੇ ਆ, ਫਿਰ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ। ਅਣਖੀ ਸਾਹਿਬ, ਸਵਾਗਤ ਹੈ ਪ੍ਰੋਗਰਾਮ ਦੇ ਵਿੱਚ। ਬਹੁਤ ਬਹੁਤ ਸ਼ੁਕਰੀਆ ਸੁਖਵਿੰਦਰ ਜੀ। ਅਣਖੀ ਸਾਹਿਬ, ਸ਼ੁਰੂਆਤ ਜਿਹੜੀ ਆ ਉਹ ਆਪਾਂ ਆਮ ਆਦਮੀ ਪਾਰਟੀ ਵਾਲੀ ਖਬਰ ਤੋਂ ਹੀ ਕਰ ਲੈਂਦੇ ਆ। ਆਮ ਆਦਮੀ ਪਾਰਟੀ ਨਾ ਜਦੋਂ ਵਿਰੋਧੀ ਧਿਰ ਦੇ ਲੀਡਰ ਦੇ ਵਜੋਂ ਕੰਮ ਕਰਦੀ ਸੀ, ਵਿਰੋਧੀ ਧਿਰ ਦੇ ਤੌਰ ਤੇ ਕੰਮ ਕਰਦੀ ਸੀ ਤਾਂ ਬੜਾ ਐਦਾਂ ਦਰਸਾਉਂਦੀ ਸੀ ਜਿਵੇਂ ਸਿਰਫ ਔਰ ਸਿਰਫ ਆਮ ਆਦਮੀ ਪਾਰਟੀ ਨੂੰ ਹੀ ਪੰਜਾਬ ਦਾ ਦਰਦ ਹੋਵੇ। ਚਲੋ ਉਹ ਦਰਸਾ ਕੇ ਸਰਕਾਰ ਬਣਾ ਲਈ ਹੈ, ਚਲੋ ਅਸੀਂ ਸਮਝਦੇ ਹਾਂ ਕਿ ਭਾਈ ਭਗਵੰਤ ਮਾਨ ਦੀ ਸਰਕਾਰ ਪੰਜਾਬ ਦਾ ਦਰਦ ਰੱਖੇ ਤੇ ਹੌਲੀ ਹੌਲੀ ਜਿਹੜਾ ਸਮਾਂ ਦਿੱਤਾ ਜਾਊਗਾ। ਜਦੋਂ ਪਹਿਲੇ ਹਫ਼ਤੇ ਸਵਾਲ ਚੱਕੇ ਤਾਂ ਲੋਕ ਕਹਿੰਦੇ ਟਾਈਮ ਦਿਓ, ਦੂਜੇ ਹਫ਼ਤੇ ਸਵਾਲ ਚੱਕੇ ਲੋਕ ਕਹਿੰਦੇ ਟਾਈਮ ਦਿਓ, ਤੀਜੇ ਫਿਰ ਜਿਹੜੇ ਆ ਉਹ ਮਹੀਨਾ ਲੰਘ ਗਿਆ, ਹੁਣ ਹੌਲੀ ਹੌਲੀ ਜਿਹੜੇ ਆ 50 ਦਿਨ ਤੋਂ ਵੀ ਉੱਪਰ ਦੀ ਜਿਹੜੀ ਸਰਕਾਰ ਚਲੀ ਗਈ ਹੈ। ਠੀਕ ਹੈ, ਆਪਾਂ ਪਹਿਲਾਂ ਕਹਿੰਦੇ ਰਹੇ ਹਾਂ ਕਿ ਬਹੁਤ ਸਾਰੀਆਂ ਗੱਲਾਂ ਇਹੋ ਜਿਹੀਆਂ ਹੁੰਦੀਆਂ ਜਿਨ੍ਹਾਂ ਨੂੰ ਟਾਈਮ ਚਾਹੀਦੀਆਂ, ਪਰ ਬਹੁਤ ਸਾਰੀਆਂ ਗੱਲਾਂ ਇਹੋ ਜਿਹੀਆਂ ਵੀ ਹੈਗੀਆਂ ਜਿਹੜੀਆਂ ਮੌਕੇ ਤੇ ਕੀਤੀਆਂ ਜਾ ਸਕਦੀਆਂ। ਤੁਹਾਨੂੰ ਚੇਤਾ ਹੋਊਗਾ ਰਾਘਵ ਚੱਡਾ ਨੇ ਬੜਾ ਬਵਾਲ ਕੀਤਾ ਸੀਗਾ ਇੱਕ ਮਾਈਨਿੰਗ ਦਾ ਮੁੱਦਾ ਚੁੱਕ ਕੇ ਮੌਕੇ ਤੇ ਜਾ ਕੇ। ਤਾਂ ਹੁਣ ਉਹਨਾਂ ਦੀ ਸਰਕਾਰ ਦੇ ਵਿੱਚ ਜਦੋਂ ਹਾਲਾਤ ਉਹੋ ਜਿਹੇ ਬਣੇ ਹੋਏ ਆ ਤੇ ਇੱਕ ਲੇਡੀ ਕਾਂਗਰਸ ਦੀ ਟੀਨਾ ਚੌਧਰੀ ਨਾਮ ਦੀ ਇੱਕ ਔਰਤ, ਇੱਕ ਲੀਡਰ, ਮਹਿਲਾ ਲੀਡਰ, ਉਹਤੇ ਜਾ ਕੇ ਅਜਿਹੇ ਜਿਹੜੇ ਆ ਕੰਮ ਨਸ਼ਰ ਕਰਦੀ ਆ ਵੀਡੀਓ ਬਣਾ ਕੇ ਤਾਂ ਉਹਦੇ ਉੱਤੇ ਪਰਚਾ ਦਰਜ ਕਰ ਦਿੱਤਾ ਜਾਂਦਾ ਹੈ। ਅਣਖੀ ਸਾਹਿਬ, ਕਿਵੇਂ ਦੇਖਦੇ ਹੋ ਜੇ ਇਸ ਸਰਕਾਰ ਦੇ ਵਿੱਚ ਵੀ ਅਜਿਹਾ ਹੀ ਕੁਝ ਚੱਲ ਰਿਹਾ ਸੀ? ਚਾਹੀਦਾ ਤਾਂ ਇਹ ਸੀ ਕਿ ਠੀਕ ਹੈ ਜੇ ਉਹ ਲੇਡੀ ਦੇ ਦੋਸ਼ ਗਲਤ ਸੀ ਤਾਂ ਆਪਣਾ ਸਪਸ਼ਟੀਕਰਨ, ਆਪਣੀ ਸਫਾਈ ਜਿਹੜੀ ਆਮ ਆਦਮੀ ਪਾਰਟੀ ਦੇ ਵੱਲੋਂ ਦੇ ਦਿੱਤੀ ਜਾਣੀ ਚਾਹੀਦੀ, ਕਿਉਂਕਿ ਇਹ ਕੋਈ ਪਹਿਲਾ ਮੌਕਾ ਨਹੀਂ ਕਿ ਦੋਸ਼ ਲੱਗਦੇ ਹੋਣ। ਇਸ ਤੋਂ ਪਹਿਲਾਂ ਬਹੁਤ ਸਾਰੇ ਲੀਡਰ ਇੱਕ ਦੂਜੇ ਦੇ ਉੱਪਰ ਦੋਸ਼ ਲਾਉਂਦੇ ਹੀ ਰਹਿੰਦੇ ਆ, ਆਮ ਹੀ ਕੰਮ ਹੈ। ਤੇ ਜੇ ਉਹਨੇ ਦੋਸ਼ ਲਾਏ ਸੀ ਤਾਂ ਸਫਾਈ ਦੇ ਦਿੰਦੇ, ਪਰ ਜੇ ਉਹਦੇ ਤੇ ਪਰਚਾ ਦਰਜ ਉਹਨਾਂ ਨੇ ਵੱਲੋਂ ਕਰ ਦਿੱਤਾ ਗਿਆ, ਹੁਣ FIR ਵੀ ਆ ਚੁੱਕੀ ਆ ਸਾਹਮਣੇ, ਉਹਦੇ ਤੇ ਪਰਚਾ ਦਰਜ ਕਰ ਦਿੱਤਾ ਗਿਆ। ਕਿਵੇਂ ਦੇਖਦੇ ਹੋ ਦੂਜੀਆਂ ਸਰਕਾਰਾਂ 'ਚ ਤੇ ਆਮ ਆਦਮੀ ਪਾਰਟੀ ਦੀ ਸਰਕਾਰ 'ਚ ਫਰਕ ਕੀ ਹੈ? ਤੇ ਨਾਲ ਹੀ ਨਾਲ ਜਿਸ ਤਰੀਕੇ ਦੇ ਨਾਲ ਆਵਾਜ਼ ਚੁੱਕਣ ਵਾਲੀ ਮਹਿਲਾ ਦੀ ਆਵਾਜ਼ ਦੱਬਣ ਦੀ FIR ਦੇ ਜ਼ਰੀਏ ਕੋਸ਼ਿਸ਼ ਹੈ, ਕਿਵੇਂ ਦੇਖਦੇ ਹੋ? ਸੁਖਵਿੰਦਰ ਜੀ, ਇੱਕ ਗੱਲ ਆਪਾਂ ਪਹਿਲਾਂ ਕਹਿ ਲਈ ਕਿ ਜਿਹੜੇ ਆਦਰਸ਼ ਹੁੰਦੇ ਨੇ ਔਰ ਯਥਾਰਥ ਹੁੰਦਾ ਉਹਦੇ 'ਚ ਬਹੁਤ ਫਰਕ ਹੁੰਦਾ। ਆਮ ਆਦਮੀ ਪਾਰਟੀ ਜਦੋਂ ਵਿਰੋਧੀ ਧਿਰ ਦੀ ਭੂਮਿਕਾ ਨਿਭਾਉਂਦੀ ਸੀ ਉਦੋਂ ਆਦਰਸ਼ ਸਿੱਝਦੇ, ਆਦਰਸ਼ ਇਦਾਂ ਦੇ ਕਿ ਅਸੀਂ ਰਾਮ ਰਾਜ ਬਣਾ ਦਾਂਗੇ, ਇਨਸਾਫ, ਉਹ ਜੇ ਬਹੁਤ ਕੁਝ ਇਹੋ ਜਿਹਾ, ਕਿਉਂਕਿ ਉਹਨਾਂ ਦੇ ਮਨ 'ਚ ਅਜਿਹੀ ਕਿ ਜਿਹੜੀਆਂ ਬੀਤੇ ਦੌਰ ਦੀਆਂ ਰਵਾਇਤੀ ਪਾਰਟੀਆਂ ਨੇ ਉਹ ਸ਼ਾਇਦ ਕੁਝ ਨਹੀਂ ਕਰ ਸਕੀਆਂ ਤੇ ਜਦੋਂ ਸਾਡੀ ਸਰਕਾਰ ਆਊਗੀ ਅਸੀਂ ਅਜਿਹੇ ਆਦਰਸ਼ ਸਥਾਪਿਤ ਕਰਾਂਗੇ ਕਿ ਪੰਜਾਬ ਦੇ ਲੋਕ ਉਸ ਨੂੰ ਯਾਦ ਕਰਨਗੇ। ਇਹ ਉਹ ਆਦਰਸ਼ ਸੀ, ਉਹ ਸੁਪਨੇ ਸੀ ਜਿਹੜੇ ਉਹਨਾਂ ਨੇ ਪੰਜਾਬ ਦੇ ਲੋਕਾਂ ਨੂੰ ਦਿਖਾਏ। ਪਰ ਹੁਣ ਜਦੋਂ ਆਦਰਸ਼ਾਂ ਤੋਂ ਬਾਅਦ ਯਥਾਰਥ ਤੱਕ ਦਾ ਸਫ਼ਰ ਉਹਨਾਂ ਨੂੰ ਤੈਅ ਕਰਨਾ ਪਿਆ ਤਾਂ ਕੁਦਰਤੀ ਤੌਰ ਤੇ ਫਿਰ ਰੰਗ ਰੂਪ ਬਦਲ ਜਾਂਦਾ, ਬੰਦੇ ਦਾ ਵਿਹਾਰ ਬਦਲ ਜਾਂਦਾ
ਆਦਰਸ਼ ਵਿਖਾਉਣੇ, ਸੁਪਨੇ ਵਿਖਾਉਣੇ ਕੁਝ ਹੋਰ ਗੱਲ ਆ, ਤੇ ਸੱਚ ਨਾਲ ਵਾਹ ਪਾਉਣਾ ਕੁਝ ਹੋਰ ਗੱਲ ਆ। ਜਿਸ ਘਟਨਾ ਨੂੰ ਤੁਸੀਂ ਬਿਆਨ ਕਰ ਰਹੇ ਜੇ, ਇਹ ਘਟਨਾ ਹਲਕਾ ਭੋਆ ਦੀ ਹੈ। ਭੋਆ ਜਿਹੜਾ ਪਠਾਨਕੋਟ ਦੇ ਲਾਗੇ ਹਲਕਾ ਹੈਗਾ, ਲਾਲਚੰਦ ਕਟਾਰੂ ਚੱਕ ਉਹਨਾਂ ਦਾ ਜਿਹੜਾ ਹਲਕਾ ਹੈਗਾ, ਉੱਥੋਂ ਦੇ ਇਹ ਜਿਹੜੀ ਘਟਨਾ ਹੈ। ਉਸ ਇਲਾਕੇ ਦੇ ਵਿੱਚ ਜਿਹੜੇ ਦਰਿਆ ਨੇ, ਕੁਦਰਤੀ ਤੌਰ ਤੇ ਮਾਈਨਿੰਗ ਬੀਤੇ ਦੌਰ ਚ ਹੁੰਦੀ ਰਹੀ ਹੈ, ਪਹਿਲਾਂ ਵੀ ਹੁੰਦੀ ਰਹੀ ਹੈ, ਹੁਣ ਵੀ ਹੋ ਰਹੀ ਹੈ। ਤੇ ਤੁਹਾਨੂੰ ਯਾਦ ਹੋਊਗਾ ਕਿ ਕੁਝ ਦਿਨ ਪਹਿਲਾਂ ਇਹ ਪਠਾਨਕੋਟ ਦੇ ਇੱਕ ਮਾਈਨਿੰਗ ਅਧਿਕਾਰੀ ਨੂੰ ਪਤਾ ਨਹੀਂ ਮੁਅੱਤਲ ਕੀਤਾ ਗਿਆ ਜਾਂ ਵਾਰਨ ਕੀਤਾ ਗਿਆ, ਪਰ ਉਹ ਘਟਨਾ ਰੁਕੀ ਨਹੀਂ। ਇਹਦੇ ਬਾਵਜੂਦ ਮਾਈਨਿੰਗ ਜਿਹੜੀ ਉਸੇ ਤਰੀਕੇ ਨਾਲ ਬੇਰੋਕ ਜਾਰੀ ਰਹੀ। ਹੁਣ ਜੋ ਸਾਡੇ ਸਾਹਮਣੇ ਜਾਣਕਾਰੀ ਆਈ ਹੈ, ਜਿਹੜੀ ਕਾਂਗਰਸੀ ਮਹਿਲਾ ਵਰਕਰ ਆ ਟੀਨਾ ਚੌਧਰੀ, ਉਹਨੇ ਉਸੇ ਤਰੀਕੇ ਨਾਲ, ਜਿਸ ਤਰੀਕੇ ਨਾਲ ਰਾਘਵ ਚੱਡਾ ਉਹਨਾਂ ਨੇ ਚਰਨਜੀਤ ਸਿੰਘ ਚੰਨੀ ਦੇ ਇਲਾਕੇ ਦੇ ਵਿੱਚ ਜਾ ਕੇ ਮਾਈਨਿੰਗ ਦੀਆਂ ਫੋਟੋਆਂ, ਤਸਵੀਰਾਂ ਲੈ ਕੇ ਵਾਇਰਲ ਕੀਤੀਆਂ ਸਨ, ਉਸੇ ਤਰੀਕੇ ਨਾਲ ਉਸ ਟੀਨਾ ਚੌਧਰੀ ਵੱਲੋਂ ਜਿਹੜਾ ਬਕਾਇਦਾ ਤੌਰ ਤੇ ਉਹਦੀ ਵੀਡੀਓਗ੍ਰਾਫੀ ਕੀਤੀ ਗਈ, ਔਰ ਇਹ ਕਿਹਾ ਗਿਆ ਕਿ ਕਿਸ ਤਰੀਕੇ ਨਾਲ ਜਿਹੜਾ 50 ਰੁਪਏ ਜਾਂ 100 ਰੁਪਏ ਜਿਹੜਾ ਗੁੰਡਾ ਟੈਕਸ ਜਿਹੜਾ ਹੀ ਕਹਿ ਸਕਦੇ, ਉਹੀ ਕਹਾਂਗੇ ਕਿ ਟਰਾਲੀ ਭਰਦਾ ਜਿਹੜਾ ਲਿਆ ਜਾਂਦਾ, ਉਹ ਬਿਲਕੁਲ ਬੇਰੋਕ ਜਾਰੀ ਸੀ। ਤੌਰ ਤੇ ਇਸ ਦਾ ਪ੍ਰਤੀਕਰਮ ਤਾਂ ਜੇਕਰ ਆਮ ਆਦਮੀ ਪਾਰਟੀ ਆਪਣੀ ਵਿਰੋਧੀ ਧਿਰ ਦੇ ਸਮੇਂ ਕਰਦੀ ਰਹੀ ਆ, ਤਾਂ ਜੇਕਰ ਹੁਣ ਇਹੋ ਜਿਹੀ ਮਾਈਨਿੰਗ ਹੋ ਰਹੀ ਆ, ਕਿਉਂਕਿ ਮਾਈਨਿੰਗ ਦਾ ਮੁੱਦਾ ਹਰ ਰੋਜ਼ ਅਖਬਾਰਾਂ ਚ ਆਉਂਦਾ, ਤੇ ਪੰਜਾਬ ਦਾ ਹਰ ਸ਼ਹਿਰੀ ਇਸ ਚੀਜ਼ ਦੇ ਪ੍ਰਤੀ ਅਸੀਂ ਕਹਿ ਸਕਦੇ ਜਾਗਰੂਕ ਆ, ਤਾਂ ਜੇਕਰ ਉਸਨੇ ਇਹ ਵੀਡੀਓ ਬਣਾ ਕੇ ਵਾਇਰਲ ਕੀਤੀ, ਤਾਂ ਉਲਟਾ ਉਹਦੇ ਤੇ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਇਹ ਕਹਿ ਕੇ ਪਰਚਾ ਦਰਜ ਕਰ ਲਿਆ ਗਿਆ ਕਿ ਸਰਕਾਰੀ ਕੰਮਕਾਜ ਦੇ ਵਿੱਚ ਰੁਕਾਵਟ ਹੈ ਜਾਂ ਕੁਝ ਹੋਰ ਦੋਸ਼ ਜਿਹੜੇ ਉਹ ਜਿਹੜੇ ਉਹਦੇ ਉੱਤੇ ਕਰ ਦਿੱਤੇ ਗਏ। ਬਕਾਇਦਾ ਤੌਰ ਤੇ FIR ਜਿਹੜੀ ਆ ਉਹ ਲਾਂਚ ਹੋ ਚੁੱਕੀ ਹੈ। ਹੁਣ ਸੁਖਵਿੰਦਰ ਜੀ, ਪੋਜੀਸ਼ਨ ਇਹ ਆ ਕਿ ਤੁਹਾਡੀ ਭੂਮਿਕਾ ਕੀ ਹੈ? ਕੀ ਤੁਸੀਂ ਉਸੇ ਤਰੀਕੇ ਦੇ ਨਾਲ ਜਿਸ ਤਰ੍ਹਾਂ ਬੀਤੇ ਦੌਰ ਚ ਰਵਾਇਤੀ ਪਾਰਟੀਆਂ ਕਰਦੀਆਂ ਰਹੀਆਂ ਨੇ, ਕਿ ਉਹ ਜਿਹੜਾ ਰਸਤਾ ਤੁਸੀਂ ਅਪਣਾਉਣਾ, ਤੇ ਜਾਂ ਪੰਜਾਬ ਦੇ ਲੋਕਾਂ ਦੇ ਉਸ ਭਰੋਸੇ ਨੂੰ ਕਾਇਮ ਰੱਖਣਾ, ਬਦਲਾਵ ਨੂੰ, ਕਿ ਜਿਹੜੇ ਬਦਲਾਵ ਦੇ ਸਿਰ ਤੇ ਤੁਸੀਂ ਸਰਕਾਰ ਬਣਾਈ ਆ ਤੇ ਪੰਜਾਬ ਦੇ ਲੋਕਾਂ ਨੇ ਤੁਹਾਡੇ ਵਿੱਚ ਇੱਕ ਵਿਸ਼ਵਾਸ ਪ੍ਰਗਟਾਇਆ, ਕਿ ਉਸ ਵਿਸ਼ਵਾਸ ਦਾ ਇਹ ਸਿੱਟਾ ਨਿਕਲੇਗਾ ਕਿ ਜੇਕਰ ਲੋਕਾਂ ਦੀ ਆਵਾਜ਼ ਆਉਂਦੀ ਆ, ਉੱਥੇ ਤੁਸੀਂ ਇਸ ਗੱਲ ਨੂੰ ਛੱਡ ਦਈਏ ਕਿ ਉਹ ਮਹਿਲਾ ਕਾਂਗਰਸ ਪਾਰਟੀ ਨਾਲ, ਭਾਜਪਾ ਨਾਲ ਸੰਬੰਧਿਤ ਕਿਸੇ ਨਾਲ ਵੀ ਹੋਵੇ, ਜੇਕਰ ਕੋਈ ਵਿਅਕਤੀ ਪੰਜਾਬ ਦਾ ਜਾਗਰੂਕ ਨਾਗਰਿਕ ਜਾ ਕੇ ਉਹਦੀ ਵੀਡੀਓਗ੍ਰਾਫੀ ਕਰਦਾ, ਤਾਂ ਫਿਰ ਕੁਦਰਤੀ ਤੌਰ ਤੇ ਉਹਦੇ ਉੱਤੇ ਪਰਚਾ ਨਹੀਂ ਦਰਜ ਹੋਣਾ ਚਾਹੀਦਾ। ਇੱਕ ਪਾਸੇ ਤਾਂ ਆਮ ਆਦਮੀ ਪਾਰਟੀ ਦੀ ਸਰਕਾਰ ਭ੍ਰਿਸ਼ਟਾਚਾਰ ਵਿਰੋਧੀ ਨੰਬਰ ਦਰਜ ਕਰਦੀ ਹੈ ਕਿ ਕਿਤੇ ਵੀ ਕੋਈ ਤੁਹਾਡੇ ਕੋਲ ਰਿਸ਼ਵਤ ਲੈਂਦਾ, ਕਿਤੇ ਵੀ ਤੁਸੀਂ ਵਧੀਕੀ ਹੁੰਦੀ ਵੇਖਦੇ ਜੇ, ਜਾਂ ਤੁਸੀਂ ਉਸੇ ਵੇਲੇ ਵੀਡੀਓ ਬਣਾ ਕੇ ਉਹਦੇ ਉੱਤੇ ਪਾ ਦਿਓ, ਤਾਂ ਜੇਕਰ ਉਸ ਮਹਿਲਾ ਨੇ ਉਸ ਵੀਡੀਓ ਨੂੰ ਵਾਇਰਲ ਕੀਤਾ, ਤੁਹਾਡੇ ਭ੍ਰਿਸ਼ਟਾਚਾਰ ਵਿਰੋਧੀ ਨੰਬਰ ਤੇ ਨਹੀਂ ਪਾਇਆ, ਤਾਂ ਫਿਰ ਉਹਦੇ ਤੇ ਵੀ ਕਾਰਵਾਈ ਤਾਂ ਹੋਣੀ ਚਾਹੀਦੀ ਹੈ ਨਾ। ਕਿ ਫਿਰ ਕਿਹੜੀ ਗੱਲ ਲੋਕਾਂ ਦੇ ਸਾਹਮਣੇ ਆਈ ਹੈ, ਇਹਨੂੰ ਵੀ ਤੁਸੀਂ ਉਸ ਭ੍ਰਿਸ਼ਟਾਚਾਰ ਦਾ ਹੀ ਰੂਪ ਵੇਖੋ। ਜ਼ਰੂਰੀ ਨਹੀਂ ਕਿ ਭ੍ਰਿਸ਼ਟਾਚਾਰ ਅਸੀਂ ਉਹਨੂੰ ਕਹਿਣਾ, ਚੋਰੀ ਅਸੀਂ ਉਹਨੂੰ ਕਹਿਣੀ ਆ ਜਿਹੜਾ ਵੀਡੀਓ ਤੁਹਾਡੇ ਨੰਬਰ ਤੇ ਜਾਊਗਾ, ਇਸ ਤਰ੍ਹਾਂ ਹੋਣਾ ਚਾਹੀਦਾ। ਗੱਲ ਇਹ ਹੈ ਕਿ ਜੇਕਰ ਜਨਤਕ ਤੌਰ ਤੇ ਕੋਈ ਆਵਾਜ਼ ਉੱਠੀ ਆ, ਤਾਂ ਉਸ ਆਵਾਜ਼ ਨੂੰ ਤੁਸੀਂ ਕਿਸ ਤਰੀਕੇ ਨਾਲ ਲੈ ਰਹੇ ਜੇ। ਤੇ ਜੇਕਰ ਆਮ ਆਦਮੀ ਪਾਰਟੀ ਦੀ ਸਰਕਾਰ ਇਹਦੇ ਵਿੱਚ ਇਹੋ ਜਿਹੀ ਤਸਵੀਰ ਕਰਨ ਦੇ ਵਿੱਚ ਅਸਮਰੱਥ ਆ, ਤਾਂ ਫਿਰ ਕੁਦਰਤੀ ਤੌਰ ਤੇ ਇਸ ਦਾ ਵਿਰੋਧ ਇਹ ਹੋਣਾ ਸ਼ੁਰੂ ਹੋ ਜਾਵੇਗਾ, ਹੋ ਵੀ ਗਿਆ। ਇਹ ਜਿਸ ਤਰੀਕੇ ਨਾਲ ਰਵਾਇਤੀ ਪਾਰਟੀਆਂ ਕਰਦੀਆਂ ਰਹੀਆਂ। ਇੱਕ ਹੋਰ ਅਸੀਂ ਗੱਲ ਕਰ ਲਈਏ, ਇਹ ਤਾਂ ਇੱਕ ਵੱਖਰਾ ਮੁੱਦਾ। ਹੁਣ ਅਰਵਿੰਦ ਕੇਜਰੀਵਾਲ ਜਿਹੜੇ ਨੇ, ਉਹ ਦਿੱਲੀ ਦੇ ਮੁੱਖ ਮੰਤਰੀ ਨੇ, ਤੇ ਜਿਹੜੀ ਪੰਜਾਬ ਪੁਲਿਸ ਆ, ਪੰਜਾਬ ਸਰਕਾਰ ਜਿਹੜੀ ਆ, ਉਹ ਕੇਂਦਰ ਦੇ ਗ੍ਰਹਿ ਮੰਤਰੀ ਨੂੰ ਚਿੱਠੀ ਲਿਖ ਕੇ ਕਹਿ ਰਹੀ ਆ ਕਿ ਜਿਹੜੇ ਦਿੱਲੀ ਦੇ ਮੁੱਖ ਮੰਤਰੀ ਦੀ ਜਿਹੜੀ ਸੁਰੱਖਿਆ ਪੰਜਾਬ ਦੇ ਵਿੱਚੋਂ ਦਿੱਤੀ ਜਾਵੇ। ਇਹ ਵੀ ਚਿੱਠੀ ਜੇ ਗਈ ਆ, ਮਤਲਬ ਹਾਲਾਂਕਿ Z+ ਕੋਟੀ ਅਜੇ ਇਸ ਵਾਲੇ ਪਾਸੇ ਵੀ ਅਣਖੀ ਸਾਹਿਬ ਆਪਾਂ ਆਉਨੇ ਆ, ਇਸ ਵਾਲੇ ਬੜੀ ਅਹਿਮ ਮੁੱਦਾ ਤੁਸੀਂ ਜਿਹੜਾ ਛੇੜਿਆ। ਪਰ ਗੱਲ ਇਹ ਅਣਖੀ ਸਾਹਿਬ, ਉਹ ਜਿਹੜੀ ਔਰਤ ਤੇ ਪਰਚਾ ਦਰਜ ਕੀਤਾ ਗਿਆ, ਜਿਸ ਤਰੀਕੇ ਦੀਆਂ ਧਾਰਾਵਾਂ 506 ਲਾਤੀ, 451 ਲਾਤੀ, 380 ਲਾਤੀ, ਅਜਿਹੀ ਕੋਈ ਗੱਲ ਜਿਹੜੀ ਉਹ ਦੇਖਣ ਨੂੰ ਉੱਤੇ ਮਿਲੀ ਨਹੀਂ। 506 ਮੇਰੇ ਖਿਆਲ ਜੇ ਮੈਂ ਗਲਤ ਨਹੀਂ ਤਾਂ ਧਮਕੀਆਂ ਦੀ ਹੈ, ਤੇ ਅਜਿਹੀ ਮੈਨੂੰ ਗੱਲ ਉਹਦੇ ਵਿੱਚ ਕੁਝ ਦਿਖੀ ਨਹੀਂ, ਕਿਉਂਕਿ ਮੌਕੇ ਤੋਂ ਲਾਈਵ ਵੀਡੀਓ ਬਣੀ ਹੈ, ਮੁਰਦਿਆਂ ਦੀ ਵੀ ਤੇ ਜਾਂਦਿਆਂ ਦੀ ਵੀ ਵੀਡੀਓ ਵਿੱਚੋਂ ਕੱਟੀ ਨਹੀਂ ਗਈ, ਸਾਰਾ ਕੁਝ ਉਵੇਂ ਹੀ ਚੱਲਦੀ ਰਹੀ ਹੈ, ਤੇ ਉਹਦੇ ਵਿੱਚ ਦੇਖਣ ਨੂੰ ਕੁਝ ਨਹੀਂ ਮਿਲਿਆ ਕਿ ਜਿਹੋ ਜਿਹੀ ਧਾਰਾਵਾਂ ਜਿਹੜੀਆਂ ਦਰਜ ਕੀਤੀਆਂ ਗਈਆਂ ਨੇ। ਅਣਖੀ ਸਾਹਿਬ, ਸੁਖਵਿੰਦਰ ਜੀ, ਜਿਹੜੀਆਂ ਧਾਰਾਵਾਂ ਲੱਗਦੀਆਂ ਨੇ, ਧਾਰਾਵਾਂ ਅੱਜ ਕੱਲ੍ਹ ਤੁਹਾਨੂੰ ਵੀ ਪਤਾ, ਮੈਨੂੰ ਵੀ ਪਤਾ ਕਿ ਧਾਰਾਵਾਂ ਕਿਹਦੇ ਕਹਿਣ ਤੇ ਲੱਗਦੀਆਂ ਨੇ, ਕਿਸ ਆਧਾਰ ਤੇ ਜਿਹੜਾ ਕੈਂਡੀਡੇਟ ਜਾਂ ਕੋਈ ਵੀ ਵਿਅਕਤੀ ਆ ਉਸਨੂੰ ਜੇਕਰ ਠੋਕਣਾ, ਵਿਰੋਧੀ ਉਮੀਦਵਾਰ ਤਾਂ ਕਿਸ ਤਰੀਕੇ ਦੀਆਂ ਧਾਰਾਵਾਂ ਜਿਹੜੀਆਂ ਉਹਦੇ ਉੱਤੇ ਲਾ ਦਿੱਤੀਆਂ ਜਾਂਦੀਆਂ ਨੇ। 506 ਧਮਕੀਆਂ ਦੇਣ ਦੀ ਵੀ ਆ, ਡੈਫਾਮੇਸ਼ਨ ਦੀ ਵੀ ਅਸੀਂ ਕਹਿ ਸਕਦੇ ਹਾਂ ਕਿ ਸਰਕਾਰ ਦੀ ਮਾਨਹੱਤਕ ਦਾ ਜਿਹੜਾ ਦਾਵਾ ਉਹ ਵੀ ਉਹਦੇ ਅੰਤਰਗਤ ਆਉਂਦਾ। 451 ਜਾਂ 452 ਜਿਹੜੀ ਆ, ਇਹ ਅਸੀਂ ਧਾਰਾ ਜਿਹੜੀ ਅਸੀਂ ਉਹਨੂੰ ਕਹਿੰਦੇ ਹਾਂ ਕਿ ਜਦੋਂ ਜਬਰੀ ਕਿਸੇ ਦੇ ਘਰ ਵਿੱਚ ਦਾਖਲ ਹੋ ਕੇ ਕਬਜ਼ਾ ਕਰਨ ਦੀ ਜਿਹੜੀ ਸਥਿਤੀ ਹੈ। ਸੋ ਕਹਿਣ ਦਾ ਅਰਥ ਹੈ ਕਿ ਇਹੋ ਜਿਹੀਆਂ ਧਾਰਾਵਾਂ ਲਾ ਕੇ ਸਿਰਫ ਤੇ ਸਿਰਫ ਆਮ ਆਦਮੀ ਪਾਰਟੀ ਦੀ ਸਰਕਾਰ ਵਿਰੋਧੀਆਂ ਨੂੰ ਡਰਾਉਣਾ ਚਾਹੁੰਦੀ ਆ। ਜਿਸ ਤਰੀਕੇ ਨਾਲ ਬੀਤੇ ਦੌਰ ਦੇ ਵਿੱਚ ਅਲਕਾ ਲਾਂਬਾ, ਕਮਾਲ ਵਿਸ਼ਵਾਸ,
ਤੇਜਿੰਦਰ ਬੱਗਾ ਨੂੰ ਆਧਾਰ ਬਣਾ ਕੇ ਇਥੋਂ ਪੰਜਾਬ ਦੇ ਵਿੱਚ ਕੀਤੇ ਉਹਨਾਂ ਦੇ ਭਾਸ਼ਣਾਂ ਨੂੰ ਆਧਾਰ ਬਣਾ ਕੇ ਇੱਕ ਡਰਾਉਣ ਦੀ ਨੀਤੀ ਦੇ ਤਹਿਤ ਉਹਨਾਂ ਨੂੰ ਡਰਾਇਆ ਗਿਆ ਜਾਂ ਉਹਨਾਂ ਨੂੰ ਗ੍ਰਿਫਤਾਰ ਕਰਨ ਦੀ ਕੋਸ਼ਿਸ਼ ਕੀਤੀ ਗਈ। ਉਸੇ ਤਰੀਕੇ ਦੇ ਨਾਲ ਇਹ ਕਾਂਗਰਸ ਦੀ ਜਿਹੜੀ ਮਹਿਲਾ ਵਰਕਰ ਆ ਟੀਨਾ ਚੌਧਰੀ, ਇੱਕ ਡਰ ਦਾ ਮਾਹੌਲ ਕਿ ਕਾਂਗਰਸ ਵਰਕਰ ਜਿਹੜੇ, ਕਿਉਂਕਿ ਮੁੱਖ ਤੌਰ ਤੇ ਜਿਹੜੀ ਕਾਂਗਰਸ ਪਾਰਟੀ ਉਹੀ ਵਿਰੋਧੀ ਧਿਰ ਦੀ ਹੈਗੀ ਵਿਰੋਧੀ ਪਾਰਟੀ, ਤਾਂ ਕਿਉਂ ਨਾ ਜੇਕਰ ਕੱਲ ਨੂੰ ਜਿਸ ਤਰੀਕੇ ਨਾਲ 10 ਮਈ ਨੂੰ ਸੈਸ਼ਨ ਸ਼ੁਰੂ ਹੋਣਾ ਤਾਂ ਉਹਦੇ ਵਿੱਚ ਕਾਂਗਰਸੀ ਦੀ ਵਿਰੋਧੀ ਧਿਰ ਭੂਮਿਕਾ ਬੋਲੇਗੀ। ਉਸ ਤੋਂ ਪਹਿਲਾਂ ਹੀ ਇਹੋ ਜਿਹਾ ਮਾਹੌਲ ਸਿਰਜ ਦਿੱਤਾ ਜਾਵੇ ਕਿ ਜਿਹੜੇ ਕਾਂਗਰਸੀ ਵਰਕਰ ਸਹਿਮ ਦੇ ਮਾਹੌਲ ਦੇ ਵਿੱਚ ਰਹਿਣ। ਮੈਨੂੰ ਅਰਵਿੰਦ ਕੇਜਰੀਵਾਲ ਬਾਤ ਕਰਦਾ ਭਗਵੰਤ ਮਾਨ ਸਰਕਾਰ ਦੀ ਕੇਵਲ ਤੇ ਕੇਵਲ ਇਹੋ ਹੀ ਆ ਕਿ ਅਸੀਂ ਕੋਈ ਵੀ ਵਿਰੋਧੀ ਉੱਠਣ ਨਹੀਂ ਦੇਣਾ, ਕਿਉਂਕਿ ਸਾਡੇ ਕੋਲ 92 ਵਿਧਾਇਕ ਨੇ, ਸਭ ਕੁਝ ਅਸੀਂ ਕਰਨ ਦੇ ਸਮਰੱਥ ਹਾਂ। ਤੇ ਠੀਕ ਆ, ਜਿਹੜਾ ਵੀ ਸਾਡੇ ਵਿਰੁੱਧ ਬੋਲੇਗਾ ਅਸੀਂ ਉਹਦੇ ਵਿਰੁੱਧ ਪੁਲਿਸ ਦੀ ਵਰਤੋਂ ਵੀ ਕਰਾਂਗੇ, ਬਾਕੀ ਵਰਤੋਂ ਵੀ ਕਰਾਂਗੇ। ਐਨ ਉਸੇ ਤਰ੍ਹਾਂ ਹੀ ਜਿਸ ਤਰ੍ਹਾਂ ਕੇਂਦਰ ਦੇ ਵਿੱਚ ਇੱਕ ਸਪਸ਼ਟ ਬਹੁਮਤ ਲੈ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸਰਕਾਰ ਜਿਹੜੀ ਬੈਠੀ ਆ, ਉਹ ਵੀ ਆਪਣੇ ਵਿਰੋਧੀਆਂ ਦੇ ਉੱਤੇ ਬੀਤੇ ਦੌਰ ਦੇ ਵਿੱਚ ਕਿਹੋ ਜਿਹੇ ਕੇਸ ਜਿਹੜੇ ਲਾਉਂਦੀ ਰਹੀ ਆ। ਮੈਨੂੰ ਤਾਂ ਇਸ ਤਰ੍ਹਾਂ ਲੱਗਦਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਜਿਹੜੀ ਆ, ਇਹ ਵੀ ਭਾਜਪਾ ਦੀ ਕੇਂਦਰ ਸਰਕਾਰ ਦੀਆਂ ਨੀਤੀਆਂ ਦੇ ਅਨੁਸਾਰ ਕੰਮ ਕਰਦਾ ਇਹਨੇ ਸ਼ੁਰੂ ਕਰ ਦਿੱਤਾ। ਜਿਸ ਤਰੀਕੇ ਨਾਲ ਉਹਨਾਂ ਕੋਲ ਸਪਸ਼ਟ ਬਹੁਮਤ ਆ, ਉਸੇ ਤਰੀਕੇ ਨਾਲ ਇਹਨਾਂ ਕੋਲ। ਪਰ ਇਹ ਗੱਲ ਯਾਦ ਰੱਖਣੀ ਚਾਹੀਦੀ ਆ ਕਿ ਇਹ ਉਹ ਲੋਕ ਨੇ ਜਿਨ੍ਹਾਂ ਨੇ ਇੱਕ ਭਰੋਸੇ ਤੇ ਆਧਾਰ ਤੇ ਤੁਹਾਨੂੰ ਚੁਣਿਆ, ਤੁਹਾਨੂੰ ਆਪਣਾ ਸਮਰਥਨ ਦਿੱਤਾ, ਤੇ ਇਹ ਉਹੀ ਲੋਕ ਨੇ ਜਿਹੜੇ ਬਾਹਰ ਦਾ ਰਸਤਾ ਵੀ ਜਿਹੜੇ ਬੜੀ ਜਲਦੀ ਵਿਖਾ ਦਿੰਦੇ ਨੇ। ਸੋ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਇਹ ਚਾਹੀਦਾ ਕਿ ਲੋਕਾਂ ਦੇ ਉਸ ਵਿਸ਼ਵਾਸ ਨੂੰ ਪੂਰਨ ਤੌਰ ਤੇ ਬਹਾਲ ਰੱਖਿਆ ਜਾਵੇ, ਜਿਹਦੇ ਵਿੱਚ ਲੋਕ ਆਪਣੇ ਹੱਕਾਂ ਦੀਆਂ, ਆਪਣੇ ਹਿੱਤਾਂ ਦੀਆਂ ਮੰਗ ਜਿਹੜੀ ਆ ਉਹ ਕਰ ਸਕਣ। ਅਜੇ ਤਾਂ ਕੱਲ ਨੂੰ ਧਰਨੇ ਵੀ ਲੱਗਣੇ ਨੇ, ਅਜੇ ਲੋਕਾਂ ਨੇ ਸੜਕ ਤੇ ਵੀ ਨਿਕਲਣਾ, ਲੋਕਾਂ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਉੱਥੇ ਵੀ ਅਣਖੀ ਸਾਹਿਬ ਜੂਤ ਪਤਾਣ ਧਰਨੇ ਲਾਉਣ ਵਾਲੇ ਲੋਕਾਂ ਤੇ ਵੀ ਜਿਹੜਾ ਹੋਣ ਲੱਗ ਗਿਆ ਹੈ। ਅਰਵਿੰਦ ਕੇਜਰੀਵਾਲ ਕਹਿੰਦੇ ਹੁੰਦੇ ਸੀਗੇ ਕਿ ਭਾਈ ਇਦਾਂ ਨਹੀਂ ਕਰਨਾ, ਅਸੀਂ ਅਧਿਆਪਕਾਂ ਤੇ ਜਿਹੜੀ ਹੈ ਕਾਰਵਾਈ ਨਹੀਂ ਕਰਾਂਗੇ। ਜਦੋਂ ਸਾਡੀ ਸਰਕਾਰ ਉਹ ਅਧਿਆਪਕ ਸਕੂਲਾਂ 'ਚ ਦੇਖਣਗੇ, ਅਧਿਆਪਕ ਸੜਕਾਂ ਜਾਂ ਧਰਨਿਆਂ 'ਚ ਨਹੀਂ ਦੇਖਣਗੇ। ਚਲੋ ਹਾਲਾਤ ਤਾਂ ਹਾਲੇ ਤੱਕ ਉਹੋ ਜਿਹੇ ਜਿਹੜੇ ਨਜ਼ਰ ਆ ਰਹੇ ਅਣਖੀ ਸਾਹਿਬ, ਚਾਹੇ ਉਹ ਨਸ਼ੇ ਦੀਆਂ ਮੌਤਾਂ ਨੂੰ ਲੈ ਕੇ ਹੋਵੇ, ਚਾਹੇ ਹੋਰ ਕੁਝ ਹੋਵੇ। ਠੀਕ ਹੈ, ਤੁਸੀਂ ਪੈਸੇ ਦੇ ਦਿਓਗੇ, ਤੁਸੀਂ ਜਿਹੜੇ ਆ ਕੁਝ ਗਰੰਟੀਆਂ ਪੂਰੀਆਂ ਕਰ ਦਿਓਗੇ, ਪਰ ਜਿਹੜੇ ਹਾਲਾਤ ਲੋਕਾਂ ਦੇ ਜਿਹੜੇ ਪੁੱਤ ਮਰ ਰਹੇ ਆ ਉਹ ਸੁਧਾਰਨ ਦੀ ਲੋੜ ਹੈ। ਜਿਹੜਾ ਮਾਫੀਆ ਦਾ ਰਾਜ ਚੱਲ ਰਿਹਾ ਉਹਨੂੰ ਸੁਧਾਰਨ ਦੀ ਅਣਖੀ ਸਾਹਿਬ ਲੋੜ ਹੈ। ਤੁਸੀਂ ਇੱਕ ਹੋਰ ਅਣਖੀ ਸਾਹਿਬ ਗੱਲ ਕਰ ਰਹੇ ਸੀ, ਮੈਂ ਚਾਹੂੰਗਾ ਕਿ ਇਸ ਆਪਾਂ ਖਬਰ ਨੂੰ ਖਤਮ ਕਰਕੇ ਅਗਲੀ ਖਬਰ ਆਪਾਂ ਲਈਏ ਜਲਦੀ। ਇੱਕ ਜਿਹੜੀ ਗੱਲ ਤੁਸੀਂ ਕਰ ਰਹੇ ਸੀਗੇ ਕਿ ਅਰਵਿੰਦ ਕੇਜਰੀਵਾਲ ਨੂੰ ਸੁਰੱਖਿਆ ਦੇਣ ਦੇ ਮਾਮਲੇ 'ਚ ਜਿਹੜੀ ਆ ਚਿੱਠੀ ਲਿਖੀ ਗਈ ਹੈ ਪੰਜਾਬ ਪੁਲਿਸ ਦੇ ਵੱਲੋਂ, ਪੰਜਾਬ ਪੁਲਿਸ ਨੂੰ, ਪੰਜਾਬ ਸਰਕਾਰ ਵੱਲੋਂ ਲਿਖੀ ਗਈ ਆ ਕੇਂਦਰੀ ਗ੍ਰਹਿ ਮੰਤਰਾਲੇ ਨੂੰ ਕਿ ਉਹਨਾਂ ਨੂੰ ਸਿਕਿਉਰਿਟੀ ਜਿਹੜੀ ਆ, ਉਹਨਾਂ ਦੀ ਜਾਨ ਨੂੰ ਖਤਰਾ, ਤੇ ਪੰਜਾਬ ਪੁਲਿਸ ਉਹਨਾਂ ਨੂੰ ਸਿਕਿਉਰਿਟੀ ਜਿਹੜੀ ਦੇਣੀ ਚਾਹੁੰਦੀ ਹੈ ਤੇ ਸਾਨੂੰ ਅਲਾਉ ਕੀਤਾ ਜਾਵੇ। ਹੁਣ ਹਾਲਾਂਕਿ Z+ ਸਿਕਿਉਰਿਟੀ ਅਰਵਿੰਦ ਕੇਜਰੀਵਾਲ ਹੋਣਾ ਕੋ ਪਹਿਲਾਂ ਕੀ ਹੈ, ਤੇ ਉਹ ਵਿਅਕਤੀ ਨੇ ਜਿਹੜੇ ਇਹ ਗੱਲ ਕਹਿੰਦੇ ਰਹੇ ਨੇ ਕਿ ਆਪਾਂ VIP ਕਲਚਰ ਖਤਮ ਕਰਦਾ, ਮੈਨੂੰ ਸਿਕਿਉਰਿਟੀ ਦੀ ਲੋੜ ਨਹੀਂ, ਮੈਨੂੰ ਕਿਸੇ ਚੀਜ਼ ਦੀ ਲੋੜ ਨਹੀਂ। ਤੇ ਹੁਣ ਬੀਤੇ ਦੌਰ 'ਚ ਜੇਕਰ ਉਹਨਾਂ ਕੋਲ Z+ ਸਿਕਿਉਰਿਟੀ ਹੈਗੀ ਆ ਤਾਂ ਉਹਦੇ ਸਿਰ ਤੇ ਉਹ ਆਪਣੀ ਜਿਹੜੀ ਰਾਜਸੀ ਜੀਵਨ ਹੈ ਜਾਂ ਆਪਣੀ ਜਿਹੜੀ ਗੱਲਬਾਤ ਗਤੀਵਿਧੀਆਂ ਜਿਹੜਾ ਆਪਣਾ ਕੰਮਕਾਜ ਕਰ ਸਕਦੇ, ਕਿਉਂਕਿ ਦਿੱਲੀ ਦੇ ਮੁੱਖ ਮੰਤਰੀ ਆ। ਹੁਣ ਇਹਦੇ ਵਿੱਚ ਜਿਹੜੀ ਪੰਜਾਬ ਸਰਕਾਰ ਆ ਤੇ ਖਾਸ ਤੌਰ ਤੇ ਪੰਜਾਬ ਪੁਲਿਸ ਜਿਹੜੀ ਆ ਉਹ ਇਨਵੋਲਵ ਹੋ ਰਹੀ ਆ। ਜਿਹੜੀ ਕੋਈ ਤੁਕ ਜਿਹੜੀ ਉਹ ਸਮਝ ਨਹੀਂ ਆਉਂਦੀ ਕਿ ਕੀ ਤੁਕ ਆ ਉਸਦੀ, ਜਿਨ੍ਹਾਂ ਵੱਲੋਂ ਕੇਂਦਰੀ ਗ੍ਰਹਿ ਮੰਤਰਾਲੇ ਨੂੰ ਇਹ ਚਿੱਠੀ ਲਿਖੀ ਗਈ ਹੈ ਕਿ ਸਾਨੂੰ ਅਲਾਉ ਕੀਤਾ ਜਾਵੇ ਕਿ ਅਸੀਂ 70 ਦੇ ਕਰੀਬ ਜਿਹੜੇ ਪੰਜਾਬ ਪੁਲਿਸ ਦੇ ਕਰਮਚਾਰੀ ਜਿਹੜੇ ਨੇ ਉਹ ਅਰਵਿੰਦ ਕੇਜਰੀਵਾਲ ਦੀ ਸੁਰੱਖਿਆ ਦੇ ਵਾਸਤੇ ਤਾਇਨਾਤ ਕਰਦੇ ਨੇ 70 ਦੇ ਕਰੀਬ। ਹੁਣ ਇੱਕ ਪਾਸੇ ਤਾਂ ਸੁਖਵਿੰਦਰ ਜੀ ਪੰਜਾਬ ਦੇ ਹਰ ਸਾਬਕਾ ਨੇਤਾ ਦੀ ਸਿਕਿਉਰਿਟੀ ਦੇ ਉੱਤੇ ਕੱਟ ਲਾਇਆ ਜਾ ਰਿਹਾ, ਸਿਕਿਉਰਿਟੀਆਂ ਖਤਮ ਕੀਤੀਆਂ ਜਾ ਰਹੀਆਂ, ਭਾਵੇਂ ਉਹ ਹਰਸਿਮਰਤ ਕੌਰ ਬਾਦਲ ਹੋਵੇ, ਭਾਵੇਂ ਬੀਬੀ ਰਜਿੰਦਰ ਕੌਰ ਪੱਠਲ ਹੋਵੇ, ਚਾਹੇ ਕੋਈ ਵੀ ਬੰਦਾ ਹੋਵੇ, ਸਾਰਿਆਂ ਤੇ ਕੈਂਚੀ ਜਿਹੜੀ ਹੈ ਸਿਕਿਉਰਿਟੀ ਦੇ ਮੁੱਦੇ ਤੇ ਚੱਲੀ ਹੈ। ਪਰ ਦੂਜੇ ਪਾਸੇ ਤੁਸੀਂ ਆਪਣੀ ਪਾਰਟੀ ਦੇ ਸੁਪਰੀਮੋ ਜਿਹੜਾ ਦਿੱਲੀ ਦਾ ਵੀ ਮੁੱਖ ਮੰਤਰੀ ਆ, ਜਿਹਦੇ ਕੋਲ ਅੱਗੇ ਹੀ Z+ ਸਿਕਿਉਰਿਟੀ ਆ, ਉਹਦੇ ਵਾਸਤੇ ਪੰਜਾਬ ਸਰਕਾਰ ਕਿਉਂ ਪੱਬਾਪਾ ਹੋਈ ਹੈ? ਕਿਉਂ ਉਸ ਨੂੰ 70 ਕਰਮਚਾਰੀ ਦੇਣ ਦੀ ਇਜਾਜ਼ਤ ਜਿਹੜੀ ਹੈ ਕੇਂਦਰੀ ਗ੍ਰਹਿ ਮੰਤਰਾਲੇ ਕਰੀ ਹੈ, ਇਹ ਕਹਿ ਕੇ ਕਿ ਇਹਨਾਂ ਦੀ ਜਾਨ ਨੂੰ ਖਤਰਾ, ਕਿਉਂਕਿ ਵੱਖ-ਵੱਖ ਸਮਿਆਂ ਦੇ ਵਿੱਚ ਜਿਹੜੇ ਵਿਰੋਧੀ ਨੇ ਇਹਨਾਂ ਨੂੰ ਕਦੇ ਕੋਈ ਸਾਈ ਸੁੱਟ ਦਿੰਦਾ, ਕਦੇ ਕੁਝ ਕਰ ਦਿੰਦਾ, ਕਦੇ ਕੁਝ ਕਰ ਦਿੰਦਾ। ਹੁਣ ਕਹਿਣ ਦਾ ਅਰਥ ਹੈ ਕਿ ਜੇਕਰ ਤੁਸੀਂ ਅਜਿਹੀਆਂ ਗਤੀਵਿਧੀਆਂ ਖੁਦ ਕਰੋਗੇ, ਜਿਸ ਤਰੀਕੇ ਨਾਲ ਦਿੱਲੀ ਦੇ ਵਿੱਚ ਕੋਈ ਕਾਰਵਾਈ ਹੁੰਦੀ ਹੈ ਤਾਂ ਉਸ ਦੀ ਰਫਤ ਜਿਹੜੀ ਆ ਪੰਜਾਬ ਦੇ ਵਿੱਚ ਦਰਜ ਹੁੰਦੀ ਹੈ, ਤਾਂ ਫਿਰ ਤਾਂ ਲੋਕਾਂ ਨੇ ਤੁਹਾਡੇ ਘਰਾਂ ਦੇ ਅੱਗੇ ਵੀ ਧਰਨੇ ਦੇਣੇ ਨੇ, ਤੁਹਾਡੇ ਗੱਲ ਵੀ ਪੈਣਾ ਤੇ ਆਪਣਾ ਵਿਰੋਧ ਦਾ ਪ੍ਰਗਟਾ ਵੀ ਕਰਦਾ, ਜੋ ਕਿ ਗਲਤ ਹੈ। ਇਹ ਗੱਲ ਆਪਾਂ ਨਾਲ ਕਹਿੰਦੇ, ਆਪਾਂ ਉਸ ਚੀਜ਼ ਨੂੰ ਠੀਕ ਨਹੀਂ ਕਹਿ ਰਹੇ, ਪਰ ਜੇਕਰ ਤੁਸੀਂ ਜਾਣ ਬੁੱਝ ਕੇ ਇਹੋ ਜਿਹੀਆਂ ਸਮੱਸਿਆਵਾਂ ਕ੍ਰੀਏਟ ਕਰੋਗੇ ਤਾਂ ਇਹੋ ਕੁਝ ਹੋਣਾ। ਹੁਣ ਅਰਵਿੰਦ ਕੇਜਰੀਵਾਲ ਵੱਲੋਂ ਇਹ ਜਿਹੜੇ 70 ਪੰਜਾਬ ਪੁਲਿਸ ਦੇ ਸਿਪਾਹੀ ਜਾਂ ਇਹ ਜਾਣੇ ਜਾਣੇ ਆ, ਇਹ ਤੇ ਚਲੋ ਕੋਈ ਗੱਲ ਨਹੀਂ ਆਪਾਂ ਕਹਿ ਸਕਦੇ, ਇਹ ਜਾਣ ਕੇ, ਕਿਉਂਕਿ ਪੰਜਾਬ ਸਰਕਾਰ ਨੇ ਸੁਰੱਖਿਆ ਦੇ ਹਵਾਲੇ ਦੇ ਨਾਲ ਇਹ ਚਿੱਠੀ ਜਿਹੜੀ ਲਿਖੀ ਆ।
ਹੁਣ ਇਹ ਗੱਲ ਸਮਝਣ ਵਾਲੀ ਆ ਕਿ ਜੇਕਰ Z+ ਵਿਅਕਤੀ ਕੋਲ ਅੱਗੇ ਆ, ਪੰਜਾਬ ਪੁਲਿਸ ਉੱਥੇ ਕਿਹੜੀ ਹੋਰ ਸੁਰੱਖਿਆ ਦੇਵੇਗੀ ਜਾਂ ਉਸ ਦਾ ਮਨੋਰਥ ਕੀ ਆ? ਕੀ ਕਿਤੇ ਇਹਨਾਂ ਪੰਜਾਬ ਪੁਲਿਸ ਦੇ ਜਿਹੜੇ ਮੁਲਾਜ਼ਮ ਜਿਹੜੇ 70 ਦੇ ਕਰੀਬ ਜਿਹੜੇ ਜਾਣਗੇ ਉਹਦੀ ਸੁਰੱਖਿਆ ਵਾਸਤੇ, ਕੀ ਅਰਵਿੰਦ ਕੇਜਰੀਵਾਲ ਦਿੱਲੀ ਵਿਖੇ ਆਪਣੇ ਸਿਆਸੀ ਵਿਰੋਧੀਆਂ ਨੂੰ ਖਤਮ ਕਰਨ ਵਾਸਤੇ ਤਾਂ ਨਹੀਂ ਵਰਤਣਗੇ? ਬੜੀ ਮਹੱਤਵਪੂਰਨ ਪ੍ਰਸ਼ਨ ਹੈ। ਪਰ ਸਭ ਤੋਂ ਪਹਿਲਾ ਪ੍ਰਸ਼ਨ ਤਾਂ ਇਹ ਆ ਕਿ ਪੰਜਾਬ ਸਰਕਾਰ ਨੂੰ ਕੀ ਲੋੜ ਪਈ ਹੈ ਕਿ ਉਹ ਕਿਸ ਸੰਬੰਧ ਦੇ ਵਿੱਚ ਇਹ ਚਿੱਠੀ ਜਿਹੜੀ ਆ ਕੇਂਦਰੀ ਗ੍ਰਹਿ ਮਿਨਿਸਟਰੀ ਆਫ ਹੋਮ ਅਫੇਅਰਸ ਨੂੰ ਲੈ ਕੇ 70 ਆਪਣੇ ਜਿਹੜੇ ਸਿਪਾਹੀ ਨੇ ਉਹਨਾਂ ਦੀ ਸੁਰੱਖਿਆ ਵਾਸਤੇ ਭੇਜਦੇ ਨੇ। ਇਹ ਇੱਕ ਬੜਾ ਵੱਡਾ ਪ੍ਰਸ਼ਨ ਜਿਹੜਾ ਆ, ਇਹ ਵਿਰੋਧੀ ਧਿਰ ਦੇ ਨੇਤਾ ਵੀ ਉਹਨਾਂ ਨੂੰ ਪ੍ਰਸ਼ਨ ਕਰਨਗੇ ਕਿ ਇੱਕ ਪਾਸੇ ਤਾਂ ਤੁਸੀਂ ਦੂਜੇ ਕਰਮਚਾਰੀ ਜਿਹੜੇ ਪੰਜਾਬ ਦੇ ਜਿਹੜੇ ਰਾਜਸੀ ਨੇਤਾ ਨੇ, ਜਿਨ੍ਹਾਂ ਦਾ 15-15 20-20 ਸਾਲ ਦਾ ਸਿਆਸੀ ਜੀਵਨ ਆ ਜਾਂ ਕਈ ਅੱਤਵਾਦ ਦੇ ਖਤਰੇ ਦੇ ਵੀ ਵਿੱਚ ਚੱਲ ਰਹੇ ਨੇ, ਉਹਨਾਂ ਦੀ ਸਿਕਿਉਰਿਟੀ ਤਾਂ ਤੁਸੀਂ ਕੱਢ ਰਹੇ ਜੇ। ਪਰ ਆਪਣੇ ਮੁੱਖ ਮੰਤਰੀ ਜਿਹੜਾ ਦਿੱਲੀ ਦਾ ਮੁੱਖ ਮੰਤਰੀ ਹੈ, ਜਿਹੜਾ ਪੰਜਾਬ ਸਰਕਾਰ ਦਾ ਸਿਰਫ ਇੰਨਾ ਸੰਬੰਧ ਆ ਕਿ ਉਸ ਮੁੱਖ ਮੰਤਰੀ ਦੀ ਪੰਜਾਬ ਵਿੱਚ ਸਰਕਾਰ ਆ, ਤਾਂ ਫਿਰ ਜੇਕਰ ਇਸ ਤਰ੍ਹਾਂ ਹੀ ਕੰਮ ਚੱਲਣਾ ਤਾਂ ਫਿਰ ਕੱਲ ਨੂੰ ਫਿਰ ਹੋਰ ਵੀ ਇਹੋ ਜਿਹੇ ਕੰਮ ਹੋਣਗੇ। ਬਿਲਕੁਲ। ਚਲੋ ਜਿਹੜੀ ਸਾਡੇ ਕਹਿਣ ਦਾ ਭਾਵ ਹੈ, ਅਸੀਂ ਕਿਸੇ ਚੀਜ਼ ਦੀ ਵਿਰੋਧਤਾ ਨਹੀਂ ਕਰ ਰਹੇ। ਸਾਨੂੰ ਇਹ ਆ ਕਿ ਭਾਈ ਜਿਹੜੀਆਂ ਗੱਲਾਂ ਤੁਸੀਂ ਕਹਿ ਕੇ ਆਏ ਸੀ ਉਹ ਗੱਲਾਂ ਤੇ ਖਰੇ ਉਤਰੋ, ਲੋਕਾਂ ਦੇ ਨਾਲ ਉਹ ਕੀਤੇ ਜਿਹੜੀਆਂ ਗੱਲਾਂ ਸੀ ਉਹਨਾਂ ਤੋਂ ਭੱਜੋ ਨਾ ਤੁਸੀਂ। ਇਹ ਜਿਹੜੀਆਂ ਗੱਲਾਂ ਸੀ ਇਸ ਤਰੀਕੇ ਨਾਲ ਅਸੀਂ ਜਿਹੜੀ ਆ ਉਹ ਕਹਿਣ ਦੀ ਕੋਸ਼ਿਸ਼ ਕਰ ਰਹੇ ਹਾਂ। ਜੇ ਤੁਸੀਂ ਖੁਦ ਰਾਘਵ ਚੱਢਾ ਹੋਣੀ ਉੱਥੇ ਜਾ ਕੇ ਇਹ ਕੰਮ ਕਰ ਸਕਦੇ ਆ, ਤੇ ਜੇ ਉਹੋ ਜਿਹਾ ਕੰਮ ਤੁਹਾਡੀ ਸਰਕਾਰ ਦੇ ਵਿੱਚ ਕੋਈ ਰਾਘਵ ਚੱਢੇ ਵਾਂਗ ਹੀ ਕਰਦਾ ਹੈ ਤਾਂ ਫਿਰ ਉੱਤੇ ਪਰਚਾ ਕਿਉਂ? ਇਹ ਜਿਹੜੀਆਂ ਗੱਲਾਂ ਕਿਉਂ ਤੁਸੀਂ ਕਿਸੇ ਦੀ ਆਵਾਜ਼ ਦੱਬ ਰਹੇ ਹੋ? ਇਹ ਜਿਹੜੀਆਂ ਗੱਲਾਂ ਭਗਵੰਤ ਮਾਨ ਜੀ ਨੂੰ ਅਪੀਲ ਹੈ ਕਿ ਇਹ ਹੋਣੀਆਂ ਨਹੀਂ ਚਾਹੀਦੀਆਂ, ਕਿਉਂਕਿ ਲੋਕ ਕਮ ਸੇ ਕਮ ਤੁਹਾਡੀ ਸਰਕਾਰ ਤੋਂ, ਕਮ ਸੇ ਕਮ ਤੁਹਾਡੇ ਤੋਂ ਇਹ ਗੱਲਾਂ ਦੀ ਜਿਹੜੀ ਉਮੀਦ ਨਹੀਂ ਰੱਖਦੇ। ਇਸੇ ਕਰਕੇ ਤੁਹਾਡੀ ਜਿਹੜੀ ਸਰਕਾਰ ਨੂੰ ਚੁਣਿਆ ਸੀ। ਤੇ ਜੇਕਰ ਤੁਸੀਂ ਉਹੀ ਗੱਲਾਂ ਤੇ ਆਉਣ ਲੱਗ ਜਾਓਗੇ ਤਾਂ ਅਣਖੀ ਸਾਹਿਬ ਪਹਿਲਾਂ ਕਹਿ ਚੁੱਕਿਆ ਕਿ ਇਹ ਪੰਜਾਬ ਵਾਲੇ ਆ, ਇਹ ਚੜਾਉਂਦੇ ਵੀ ਬੜੀ ਛੇਤੀ ਆ ਤੇ ਫਿਰ ਲਾਉਂਦੇ ਵੀ ਬੜੀ ਛੇਤੀ ਆ। ਅਗਲੀ ਖਬਰ ਦੀ ਆਪਾਂ ਅਣਖੀ ਸਾਹਿਬ ਗੱਲਬਾਤ ਕਰ ਲਈਏ। ਇੱਕ ਤਾਂ ਹੁਣ ਨਾ ਮੈਨੂੰ ਐਂ ਲੱਗਦਾ ਅਣਖੀ ਸਾਹਿਬ ਕਾਂਗਰਸ ਦੀ ਖਬਰ ਦੀ ਗੱਲ ਕਰਨਾ, ਹਾਈ ਕਮਾਨ ਦੀ ਗੱਲ ਕਰਨਾ ਇੱਕ ਮਜ਼ਾਕ ਜਿਹਾ ਲੱਗ ਰਿਹਾ, ਹਾਸਾ ਜਿਹਾ ਲੱਗ ਰਿਹਾ। ਉਹ ਚਿੰਤਨ ਸ਼ਿਵਰ ਜਿਹਾ ਕਰਕੇ ਹਟੇ ਆ, ਮਾਫ ਕਰਨਾ ਜੇ ਮੈਂ ਕੁਝ ਗਲਤ ਕਹਿ ਗਿਆ ਹੋਵਾਂ, ਚਿੰਤਨ ਸ਼ਿਵਰ ਜਿਹੜਾ ਉਹ ਕਰਕੇ ਹਟੇ ਆ ਤੇ ਉਹਦੇ ਵਿੱਚੋਂ ਹੁਣ ਨਿਕਲਿਆ ਵੀ ਆ ਜਾਂ ਕੁਝ ਨਹੀਂ। ਪਤਾ ਤਾਂ ਇਹ ਲੱਗਿਆ ਕਿ CWC ਦੀ ਜਿਹੜੀ ਮੀਟਿੰਗ ਹੋਈ ਹੈ ਉਹਦੇ ਵਿੱਚ ਜਿਹੜੇ ਕੁਝ ਅਸੰਤੁਸ਼ਟ ਵਿਅਕਤੀਆਂ ਦੀਆਂ ਮੰਗਾਂ ਸੀਗੀਆਂ, ਲੀਡਰਾਂ ਦੀਆਂ, ਉਹ ਵੀ ਜਿਹੜੀਆਂ ਖਾਰਜ ਕਰ ਦਿੱਤੀਆਂ ਗਈਆਂ। ਤੇ ਫਿਰ ਫਾਇਦਾ ਕੀ ਹੈ ਜੇ ਤੁਸੀਂ ਕਿਸੇ ਨੂੰ ਕੋਈ ਸੰਤੁਸ਼ਟ ਨਹੀਂ ਕਰ ਸਕੇ? ਕਿਵੇਂ ਦੇਖਦੇ ਹੋ ਕਿਹੜੀਆਂ ਇਹਦੇ ਵਿੱਚ ਜਿਹੜੀਆਂ ਮੰਗਾਂ ਠੁਕਰਾਈਆਂ ਗਈਆਂ ਨੇ ਤੇ ਕਿਹੜੇ ਬਦਲਾਵ ਜਾਂ ਪ੍ਰਸਤਾਵ ਜਿਹੜੇ ਉਹ ਪਾਸ ਕੀਤੇ ਗਏ? ਕਿ ਸਾਹਿਬ ਫਾਇਦਾ ਹੋਇਆ ਕੋਈ ਚਿੰਤਨ ਸ਼ਿਵਰ ਦਾ ਜਾਂ ਨਹੀਂ? ਇਸੇ ਤਰੀਕੇ ਦੇ ਨਾਲ ਹੀ ਭਾਂਡੇ ਖੜਕਦੇ ਰਹਿਣਗੇ? ਸੁਖਵਿੰਦਰ ਜੀ, ਜੇ ਤੁਸੀਂ ਮੈਨੂੰ ਇੱਕ ਸ਼ਬਦ ਦੇ ਵਿੱਚ ਪੁੱਛੋ ਕਿ ਇਹਨਾਂ 3 ਦਿਨਾਂ ਦਾ ਚਿੰਤਨ ਸ਼ਿਵਰ ਦਾ ਸਾਰ ਤੱਤ ਕੀ ਆ, ਤੇ ਮੈਂ ਇਹ ਗੱਲ ਕਹਾਂਗਾ ਕਿ 3 ਦਿਨਾਂ ਦਾ ਚਿੰਤਨ ਸ਼ਿਵਰ ਦੇ ਵਿੱਚ ਕੇਵਲ ਗਾਂਧੀ ਪਰਿਵਾਰ ਦੀ ਚੱਲੀ ਆ। ਤੇ ਗਾਂਧੀ ਪਰਿਵਾਰ ਫਿਰ ਇੱਕ ਵਾਰੀ ਆਪਣਾ ਜਿਹੜਾ ਅਸੀਂ ਕਹਿ ਸਕਦੇ ਕਿ ਪ੍ਰਭਾਵ ਜਿਹੜਾ ਕਾਂਗਰਸ ਕਮੇਟੀ ਦੇ ਉੱਤੇ ਪ੍ਰਭਾਵ ਕਾਇਮ ਰੱਖਣ ਵਿੱਚ ਸਫਲ ਰਿਹਾ। ਜੇਕਰ ਮੈਂ ਸੰਖੇਪ ਚ ਇੰਨੀ ਗੱਲ ਕਰਾਂ ਕਿ ਗਾਂਧੀ ਪਰਿਵਾਰ ਦੀ ਪੂਰਨ ਤੌਰ ਤੇ ਫਿਰ ਇਸ ਚਿੰਤਨ ਸ਼ਿਵਰ ਚ ਚੱਲੀ ਆ। ਕਿਉਂ ਚੱਲੀ ਇਹਦੀ ਆਪਾਂ ਹੁਣ ਵਿਸਤਾਰ ਚ ਗੱਲ ਕਰੀ। ਇਹ ਸੰਖੇਪ ਦੀ ਗੱਲ ਸੀ। ਜਿਹੜੀ ਸਭ ਤੋਂ ਵੱਡੀ ਜਿਹੜੀ ਗੱਲ ਜਿਹੜੀ ਨਹੀਂ ਮੰਨੀ ਗਈ CWC ਦੀ ਜਿਹੜੀ ਇਸ ਚਿੰਤਨ ਸ਼ਿਵਰ ਵਿੱਚ ਸਭ ਤੋਂ ਵੱਡੀ ਗੱਲ ਇਹ ਸੀ ਕਿ ਉਹਦੇ ਵਿੱਚ ਇਹ ਮੰਗ ਕੀਤੀ ਗਈ ਕਿ ਇੱਕ ਸੰਸਦੀ ਬੋਰਡ ਜਿਹੜਾ ਬਣਾਇਆ ਜਾਵੇ, ਉਸ ਨੂੰ ਦੁਬਾਰਾ ਪੁਨਰ ਗਠਨ ਕੀਤਾ ਜਾਵੇ। ਉਹ ਸੰਸਦੀ ਬੋਰਡ ਜਿਹੜਾ PV ਨਰਸਿਮਹਾ ਰਾਓ ਦੀ ਸਰਕਾਰ ਵੇਲੇ ਖਤਮ ਕਰ ਦਿੱਤਾ ਗਿਆ ਸੀ, ਉਸ ਤੋਂ ਬਾਅਦ ਨਹੀਂ ਬਣਿਆ। 1992 ਦੀ ਮੈਂ ਗੱਲ ਕਰ ਰਿਹਾ। 1992 ਤੋਂ ਬਾਅਦ ਉਹ ਜਿਹੜਾ ਸੰਸਦੀ ਬੋਰਡ ਸੀ ਤਾਂ ਉਹ ਖਤਮ ਕਰ ਦਿੱਤਾ ਗਿਆ। ਬਹੁਤ ਸਾਰੇ ਜਿਹੜੇ G23 ਨਾਲ ਸੰਬੰਧਿਤ ਲੋਕ ਸਨ, ਉਹਨਾਂ ਨੇ ਮੰਗ ਕੀਤੀ ਕਿ ਉਹ ਗਰੁੱਪ ਜਿਹੜਾ ਮਾਫ ਕਰਦਾ ਉਹ ਬੋਰਡ ਜਿਹੜਾ ਦੁਬਾਰਾ ਬਣਾਇਆ ਜਾਵੇ। ਹੁਣ ਉਸ ਬੋਰਡ ਦੀ ਖਾਸੀਅਤ ਕੀ ਹੈ? ਉਸ ਬੋਰਡ ਦੀ ਖਾਸੀਅਤ ਇਹ ਹੁੰਦੀ ਸੀ ਕਿ ਕਿਸੇ ਵੀ ਰਾਜ ਦੇ ਵਿੱਚ ਜਦੋਂ ਚੋਣਾਂ ਹੋਈਆਂ ਨੇ ਜਾਂ ਦੇਸ਼ ਦੀਆਂ ਕੌਮੀ ਚੋਣਾਂ ਹੋਣੀਆਂ ਨੇ ਲੋਕ ਸਭਾ ਦੀਆਂ, ਉਹਦੇ ਵਿੱਚ ਉਮੀਦਵਾਰਾਂ ਦੀ ਜਿਹੜੀ ਚੋਣ ਸੀ ਉਹ ਬੋਰਡ ਕਰਦਾ ਸੀ। ਪਰ ਉਹ ਖਤਮ ਕਰ ਦਿੱਤਾ ਗਿਆ PV ਨਰਸਿਮਹਾ ਦੇ ਸਮੇਂ। ਤਾਂ ਕੀ ਕਰਿਆ? ਕਿਉਂਕਿ PV ਨਰਸਿਮਹਾ ਰਾਓ ਇੱਕ ਕਿਸਮ ਦਾ ਰਾਜੀਵ ਗਾਂਧੀ ਪਰਿਵਾਰ ਨੂੰ ਖੁੱਡੇ ਲਾਉਣਾ ਚਾਹੁੰਦਾ ਸੀ, ਉਹਨੇ ਲਾ ਕੇ ਦਿੱਤਾ। ਉਸ ਤੋਂ ਬਾਅਦ ਉਹ ਬੋਰਡ ਬਣਨ ਨਹੀਂ ਦਿੱਤਾ। ਹੁੰਦਾ ਕੀ ਹੈ ਕਿ ਹੁਣ ਕਾਂਗਰਸ ਹਾਈ ਕਮਾਨ ਵੱਲੋਂ ਜਦੋਂ ਉਮੀਦਵਾਰਾਂ ਦੀ ਚੋਣ ਕਰਦੀ ਹੁੰਦੀ ਹੈ, ਇੱਕ ਚੋਣ ਕਮੇਟੀ ਬਣਾਤੀ ਜਾਂਦੀ ਹੈ। ਤਾਂ ਚੋਣ ਕਮੇਟੀ ਦੇ ਰਾਹੀਂ ਹੀ ਉਮੀਦਵਾਰਾਂ ਦੀ ਜਿਹੜੀ ਚੋਣ ਹੁੰਦੀ ਆ, ਤਾਂ ਉਹਦੇ ਵਿੱਚ ਫਿਰ ਟੈਚੀਆਂ ਦਾ ਲੈਣ ਦੇਣ ਵੀ ਹੁੰਦਾ, ਦੂਜਾ ਪ੍ਰਭਾਵ ਵੀ ਹੁੰਦਾ, ਵਫਾਦਾਰੀਆਂ ਵੀ ਪਰਖੀਆਂ ਜਾਂਦੀਆਂ, ਚਿਮਚਾਗਿਰੀ ਵੀ ਪਰਖੀ ਜਾਂਦੀ ਆ। ਸੋ ਇਸ ਤਰੀਕੇ ਨਾਲ ਹਰ ਵਿਅਕਤੀ ਕਾਂਗਰਸ ਸੁਪਰੀਮੋ ਜਿਹੜਾ ਵੀ ਪ੍ਰਧਾਨ ਹੁੰਦਾ ਉਹਦੇ ਅਧੀਨ ਰਹਿ ਕੇ ਉਹਨੂੰ ਕੰਮ ਕਰਦਾ ਪੈਂਦਾ, ਕਿਉਂਕਿ ਉਸਨੂੰ ਡਰ ਹੁੰਦਾ ਕਿ ਜਦੋਂ ਕਮੇਟੀ ਬਣਨੀ ਆ, ਕਮੇਟੀ ਇਸ ਬੰਦੇ ਨੇ ਬਣਾਉਣੀ ਆ, ਤਾਂ ਉਹਦੇ ਵਿੱਚ ਇਦਾਂ ਨਾ ਹੋਵੇ ਕਿ ਮੇਰਾ ਨਾਮ ਨਾ ਹੀ ਆਵੇ। ਸੋ ਇਸ ਕਰਕੇ ਆ ਜਿਹੜਾ ਸੀ CWC ਦੀ ਮੀਟਿੰਗ ਵਿੱਚ ਇਹ ਮੰਗ ਉੱਠੀ। ਪਰ ਇਸ ਮੰਗ ਨੂੰ ਕਾਂਗਰਸ ਸੁਪਰੀਮੋ
ਮੈਡਮ ਸੋਨੀਆ ਗਾਂਧੀ ਨੇ ਮੁੱਢੋਂ ਹੀ ਰੱਦ ਕਰਦਾ ਕਿ ਇਹ ਨਹੀਂ ਬਣੇਗਾ। ਸਭ ਤੋਂ ਵੱਡੀ ਤਾਂ ਇਹ ਗੱਲ ਹੈ। ਹੁਣ ਦੂਸਰੇ ਬੰਨੇ ਇੱਕ ਹੋਰ ਗੱਲ ਜਿਹੜੀ ਬੜੀ ਖਟਕੀ ਕਿ ਜਦੋਂ ਇਹ ਗੱਲ ਕਹੀ ਗਈ ਕਿ ਜਿਹੜਾ 45 ਸਾਲ ਦੀ ਜਾਂ ਮਾਫ ਕਰਦਾ ਜਿਹੜੀ 50 ਸਾਲ ਉਮਰ ਦੀ ਹੱਦ ਜਿਹੜੀ ਰੱਖੀ ਗਈ, ਜਿਸ ਤਰੀਕੇ ਨਾਲ ਭਾਜਪਾ ਦੇ ਵਿੱਚ ਇਹ ਗੱਲ ਕਹੀ ਗਈ ਆ ਕਿ ਇਸ ਉਮਰ ਤੋਂ ਬਾਅਦ ਕੋਈ ਵੀ ਵਿਅਕਤੀ ਜਿਹੜਾ ਆ ਉਹ ਚੋਣ ਨਹੀਂ ਲੜ ਸਕਦਾ, ਭਾਜਪਾ ਦਾ ਇੱਕ ਅਸੂਲ ਆ। ਤਾਂ ਜਦੋਂ ਇਹੋ ਜਿਹੀ ਮੰਗ ਜਿਹੜੀ ਆ ਇਸ ਵਿੱਚ ਵੀ ਰੱਖੀ ਗਈ ਜਿਹੜੀ ਕਾਂਗਰਸ ਦੀ ਹਾਈ ਕਮਾਂਡ ਜਾਂ ਕਾਂਗਰਸ ਪਾਰਟੀ ਜਿਹੜੀ ਆ ਆਪਣੇ ਉਮੀਦਵਾਰਾਂ ਦੀ ਉਮਰ ਤੈਅ ਕਰੇ, ਤਾਂ ਫਿਰ ਕਹਿੰਦੇ ਨੇ ਕਿ ਪ੍ਰਿਅੰਕਾ ਗਾਂਧੀ ਨੇ ਇਸ ਗੱਲ ਦਾ ਵਿਰੋਧ ਕੀਤਾ ਕਿ ਮੇਰੀ ਤਾਂ 45 ਸਾਲ ਉਮਰ ਹੋ ਚੁੱਕੀ, ਫਿਰ ਦੱਸੋ ਮੈਂ ਕੀ ਕਰੂੰਗੀ, ਮੈਂ ਕਿੱਧਰ ਨੂੰ ਜਾਊਂਗੀ। ਇਸ ਕਰਕੇ ਇਹ ਵੀ ਮੰਗ ਜਿਹੜੀ ਆ ਇਹ ਮੁੱਢੋਂ ਰੱਦ ਕਰ ਦਿੱਤੀ ਗਈ। ਸੋ ਕਹਿਣ ਦਾ ਭਾਵ ਕਿ ਇਹ ਦੋ ਮੰਗਾਂ ਅਜਿਹੀਆਂ ਸਨ ਜਿਨ੍ਹਾਂ ਨਾਲ ਕਾਂਗਰਸ ਦੇ ਵਿੱਚ ਗਾਂਧੀ ਪਰਿਵਾਰ ਦਾ ਪ੍ਰਭਾਵ ਘਟਦਾ ਸੀ, ਪਰ ਉਸ ਪ੍ਰਭਾਵ ਨੂੰ ਬਿਲਕੁਲ ਉਸੇ ਤਰੀਕੇ ਨਾਲ ਬਰਕਰਾਰ ਰੱਖਣ ਲਈ ਇਹ ਜਿਹੜੀਆਂ ਗੱਲਾਂ ਨੇ ਇਹ ਰੱਦ ਕਰ ਦਿੱਤੀਆਂ ਗਈਆਂ, ਜਿਹੜੀ ਇਹਦੀ ਸਭ ਤੋਂ ਵੱਡੀ ਚਿੰਤਨ ਕੈਂਪ ਦੀ ਜਿਹੜੀ ਮੈਂ ਕਹਿ ਸਕਦਾ ਕਿ ਅਸਫਲਤਾ ਰਹੀ। ਹੁਣ ਪ੍ਰਾਪਤੀ ਜਿਹੜੀ ਉਹਦੇ ਵਿੱਚ ਵੀ ਮੈਨੂੰ ਇਸ ਤਰ੍ਹਾਂ ਲੱਗਦਾ ਗਾਂਧੀ ਪਰਿਵਾਰ ਨੇ ਹੀ ਆਪਣੀ ਮਰਜ਼ੀ ਦੀਆਂ ਗੱਲਾਂ ਕੀਤੀਆਂ। ਕਿਸ ਤਰੀਕੇ ਨਾਲ ਇਹ ਗੱਲ ਕਹੀ ਗਈ ਕਿ ਇੱਕ ਪਰਿਵਾਰ ਇੱਕ ਟਿਕਟ, ਇੱਕ ਪਰਿਵਾਰ ਨੂੰ ਇੱਕ ਟਿਕਟ ਮਿਲੂਗੀ, ਪਰ ਨਾਲ ਹੀ ਦੂਜੇ ਪਾਸੇ ਸੇਫ ਸਾਈਡ ਇਹ ਕੱਢ ਲਈ ਗਈ ਕਿ ਉਹ ਵਿਅਕਤੀ ਜਿਹੜਾ 5 ਸਾਲ ਤੋਂ ਪਾਰਟੀ ਦੇ ਸੰਗਠਨ ਵਿੱਚ ਕੰਮ ਕਰ ਰਿਹਾ ਉਹਦੇ ਉੱਤੇ ਇਹ ਸ਼ਰਤ ਲਾਗੂ ਨਹੀਂ ਹੋਏਗੀ। ਹੁਣ ਇਸ ਚੀਜ਼ ਦਾ ਕੀ ਮਤਲਬ ਆ? ਇਸ ਚੀਜ਼ ਦਾ ਮਤਲਬ ਇਹ ਆ ਕਿ ਗਾਂਧੀ ਪਰਿਵਾਰ ਨੂੰ ਫਿਰ 2 ਜਾਂ 3 ਟਿਕਟਾਂ ਵੀ ਮਿਲ ਸਕਦੀਆਂ। 3 ਟਿਕਟਾਂ ਤਾਂ ਮਿਲਣਗੀਆਂ, ਮੈਨੂੰ 2 ਟਿਕਟਾਂ ਤਾਂ ਪੱਕੀਆਂ ਨੇ, ਰਾਹੁਲ ਗਾਂਧੀ ਔਰ ਮੈਡਮ ਸੋਨੀਆ ਗਾਂਧੀ ਦੀ, ਪ੍ਰਿਅੰਕਾ ਗਾਂਧੀ ਦੀ ਟਿਕਟ ਮਿਲ ਸਕਦੀ ਹੈ। ਸੋ ਇਸ ਗੱਲ ਦੇ ਵੀ ਜਿਹੜਾ ਮੁੱਦਾ ਉਹ ਵੀ ਗਾਂਧੀ ਪਰਿਵਾਰ ਨੇ ਆਪਣੀ ਬਣਾਈ ਕਿ ਠੀਕ ਆ, ਇਹ ਵਿੱਚ ਸ਼ਰਤ ਰੱਖ ਲਈ ਗਈ। ਤੀਸਰਾ ਪੁਆਇੰਟ ਜਿਹੜਾ ਸੀ ਹੋਰ ਕਿ ਇਹ ਗੱਲ ਕਹੀ ਗਈ ਕਿ ਸੰਗਠਨ ਦੇ ਵਿੱਚ ਮਾਫ ਕਰਦਾ ਜੀ ਚੋਣਾਂ ਜਿਹੜੀਆਂ 50% ਟਿਕਟਾਂ ਜਿਹੜੀਆਂ ਨਹੀਂ 50 ਸਾਲ ਦੀ ਘੱਟ ਤੋਂ ਘੱਟ ਉਮੀਦਵਾਰ ਜਿਹੜੀ ਉਮਰ ਦੇ ਲੋਕ ਹੋਣਗੇ ਉਹਨਾਂ ਨੂੰ ਦਿੱਤੀਆਂ ਜਾਣਗੀਆਂ। ਇਹ ਜਿਹੜੀਆਂ ਮੁੱਖ ਮੰਗਾਂ ਜਿਹੜੀਆਂ ਸੀ, ਇਹ ਜਿਹੜੀਆਂ ਅੱਜ ਦੀ ਚਿੰਤਨ ਮਾਫ ਕਰਦਾ ਇਹਦਾ ਚਿੰਤਨ ਸ਼ਿਵਰ ਜਿਹੜਾ 3 ਦਿਨ ਚੱਲਿਆ ਉਹਦਾ ਸਾਰ ਤੱਤ ਇਹ ਆ ਕਿ ਜਿਹਦੇ ਵਿੱਚ ਇਸ ਤਰ੍ਹਾਂ ਲੱਗਦਾ ਕਿ ਗਾਂਧੀ ਪਰਿਵਾਰ ਨੇ ਕੇਵਲ ਤੇ ਕੇਵਲ ਆਪਣਾ ਪ੍ਰਭਾਵ ਕਾਇਮ ਰੱਖਣ ਵਾਸਤੇ ਇਸ ਗੱਲ ਨੂੰ ਮੀਟਿੰਗ ਹੀ ਤਾਂ ਕੀਤੀ। ਬਾਕੀ ਇਸ ਮੀਟਿੰਗ ਦੇ ਵਿੱਚ ਕੋਈ ਅਜਿਹੀ ਚਰਚਾ ਨਹੀਂ ਹੋਈ ਕਿ ਬਾਕੀ ਸਟੇਟਾਂ ਦੇ ਵਿੱਚ ਜਿਹੜੀ ਕਾਂਗਰਸ ਪਾਰਟੀ ਕਿਉਂ ਹਾਰੀ ਜਾਂ ਕਾਂਗਰਸ ਪਾਰਟੀ ਦੇ ਹਾਰਨ ਦੇ ਕੀ ਕਾਰਨ ਸਨ। ਕੋਈ ਕਹਿੰਦੇ ਕਿ ਇਹਦੇ ਸੰਬੰਧੀ ਕੋਈ ਵਿਸਥਾਰ ਨਾਲ ਕੋਈ ਚਰਚਾ ਨਹੀਂ ਹੋਈ। ਸਿਰਫ ਤੇ ਸਿਰਫ ਇਸ ਪਰਿਵਾਰ ਨੂੰ ਆਪਣੀ ਇਸ ਪਾਰਟੀ ਦੇ ਉੱਤੇ ਆਪਣਾ ਪ੍ਰਭਾਵ ਕਿਵੇਂ ਕਾਇਮ ਰੱਖਣਾ, ਇਹਨਾਂ ਗੱਲਾਂ ਨੂੰ ਆਧਾਰ ਬਣਾ ਕੇ ਜ਼ਰੂਰ ਜਿਹੜੀ ਆ ਗੱਲ ਹੋਈ ਹੈ। ਸੋ ਇਹ ਚਿੰਤਨ ਸ਼ਿਵਰ ਚ ਮੈਨੂੰ ਨਹੀਂ ਲੱਗਦਾ ਕਿ ਕੁਝ ਨਵਾਂ ਨਿਕਲਿਆ। ਬਸ 3 ਦਿਨ ਜਿਹੜੇ ਵੱਖ-ਵੱਖ ਰਾਜਾਂ ਦੇ ਵਿੱਚ ਵਿਧਾਇਕ ਨੇ ਪੰਜਾਬ ਤੋਂ ਜਿੱਤੇ ਜਾਂ ਹੋਰ 3 ਦਿਨ ਉਹਨਾਂ ਦੀ ਪਿਕਨਿਕ ਜਿਹੜੀ ਆ ਰਾਜਸਥਾਨ ਦੇ ਵਿੱਚ ਵਧੀਆ ਬੀਤ ਗਈ ਆ। ਬਾਕੀ ਹੁਣ ਆਉਣ ਵਾਲਾ ਸਮਾਂ ਦੱਸੇਗਾ ਕਿ ਕਿਹੋ ਜਿਹਾ ਨਹੀਂ। ਹੁਣ ਫਾਇਦਾ ਪੂਰਾ ਅਣਖੀ ਸਾਹਿਬ ਜਿਹੜੀਆਂ ਗੱਲਾਂ ਲੋਕ ਕਹਿੰਦੇ ਸੀਗੇ ਜੀ 15 ਤੋਂ ਬਾਅਦ ਤੁਹਾਨੂੰ ਅਸਰ ਦਿਖੂਗਾ, ਉਹ ਗੱਲਾਂ ਦਿਖਣਗੀਆਂ ਜਾਂ ਨਹੀਂ? ਚਿੰਤਨ ਸ਼ਿਵਰ ਦੇ ਤਾਂ ਵਿੱਚ ਹੀ ਲੜਾਈ ਚੱਲੀ ਜਾਂਦੀ ਹੈ। ਜਾਖੜ ਸਾਹਿਬ ਜਿਹੜੇ ਆ ਉਹ ਛੱਡ ਗਏ ਕਾਂਗਰਸ, ਉਹ ਭਲਿਓ ਲੋਕੋ ਜੇ ਕਾਂਗਰਸ ਛੱਡ ਹੀ ਗਏ ਆ, ਕਮ ਸੇ ਕਮ ਚੌਪੀ ਵੱਟ ਲਓ, ਹੁਣ ਉਹ ਹੋਰ ਉਹਨੂੰ ਸਹੇੜੀ ਜਾਂਦੇ ਆ। ਔਰ ਜਿਹੜਾ ਦੂਜਾ ਆਪਣਾ ਕੀ ਨਾਮ ਦਾ ਸੁਖਜਿੰਦਰ ਰੰਧਾਵਾ ਇਹ ਗੱਲ ਕਹਿਣ ਲੱਗ ਗਿਆ ਕਿ ਹੁਣ ਅਸੀਂ ਦੱਸੋ ਉਹਨੂੰ ਰਾਸ਼ਟਰਪਤੀ ਬਣਾ ਦਈਏ। ਤੂੰ ਦੱਸ ਭਲਾ ਰਾਸ਼ਟਰਪਤੀ ਬਣਾ ਦੇਗਾ? ਤੁਹਾਡੇ ਕੋਲ ਇੰਨੀ ਪਾਵਰ ਹੈਗੀ ਹੈ ਰਾਸ਼ਟਰਪਤੀ ਬਣਾਉਣ ਵਾਲੀ? ਤੇ ਦੂਜੇ ਪਾਸੇ ਰਾਜਾ ਵੜਿੰਗੋੜੀ ਸਾਰੇ ਵੀ ਤੁਸੀਂ ਚੌਪੀ ਕਰ ਦਿਓ। ਕੀ ਲੱਗਦਾ ਕਿ ਇਸ ਚਿੰਤਨ ਸ਼ਿਵਰ ਤੋਂ ਬਾਅਦ ਜਿਸ ਤਰੀਕੇ ਦੀ ਆਪਾਂ ਕਿਆਸਰੀਆਂ ਲਾ ਰਹੇ ਹਾਂ ਕਿ ਹੁਣ ਵਾਰੀ ਸਿੱਧੂ ਦੀ ਹੈ ਜਾਂ ਧਮਾਕੇ ਸਿੱਧੂ ਕਰਨਗੇ ਜਾਂ ਕੁਝ ਹੋਰ, ਇਹ ਚੀਜ਼ਾਂ ਥੰਮ ਜਾਣਗੀਆਂ ਜਾਂ ਨਹੀਂ ਥੰਮਣਗੀਆਂ? ਇਹ ਜਾਰੀ ਰਹੂਗਾ ਕਲੇਸ਼? ਨਹੀਂ, ਇਹ ਕਲੇਸ਼ ਜਾਰੀ ਰਹੇਗਾ। ਸੰਖੇਪ ਚ ਮੈਂ ਗੱਲ ਕਰਦਾ, ਇਹ ਕਲੇਸ਼ ਜਾਰੀ ਰਹੇਗਾ ਸੁਖਵਿੰਦਰ ਸਿੰਘ, ਕਿਉਂਕਿ ਹੁਣ ਸਥਿਤੀਆਂ ਆਰ-ਪਾਰ ਦੀ ਲੜਾਈ ਦੇ ਵਿੱਚ ਸੁਖਜਿੰਦਰ ਸਿੰਘ ਰੰਧਾਵੇ ਹੁਣੀ ਕੱਲ ਦੇ ਪ੍ਰੋਗਰਾਮ 'ਚ ਮੈਂ ਗੱਲ ਕੀਤੀ ਸੀ। ਇਹ ਜਿਹੜੀ ਮਾਝਾ ਬ੍ਰਿਗੇਡ ਆ ਇਹਨੇ ਕਦੀ ਕਿਸੇ ਨੂੰ ਪੁੱਠਾ ਨਹੀਂ ਦਿੱਤਾ ਤੇ ਇਹਨਾਂ ਦੀ ਕੋਸ਼ਿਸ਼ ਇਹੋ ਹੀ ਹੈ ਕਿ ਜਿਹੜਾ ਵੀ ਬੰਦਾ ਜਾਂਦਾ ਉਹ ਨਿਕਲ ਜੇ, ਮੈਦਾਨ ਜਿਹੜਾ ਖਾਲੀ ਹੋ ਜੇ ਤੇ ਕੱਲ ਨੂੰ ਕਿਤੇ ਪੰਜਾਬ ਕਾਂਗਰਸ ਕਿਤੇ ਦੁਬਾਰਾ ਜਿੱਤਦੀ ਆ ਤੇ ਸ਼ਾਇਦ ਮੁੱਖ ਮੰਤਰੀ ਦੇ ਦਾਅਵੇਦਾਰ ਅਸੀਂ ਬਣੀਏ, ਕਿਉਂਕਿ ਸਾਡਾ ਹੁਣ ਪ੍ਰੋਫਾਈਲ ਜਿਹੜਾ ਉਹਦੇ ਵਿੱਚ ਇਹ ਵੀ ਲਿਖਿਆ ਗਿਆ ਕਿ ਮੈਂ ਸਾਬਕਾ ਡਿਪਟੀ ਮੁੱਖ ਮੰਤਰੀ ਆ। ਸੋ ਇਸ ਕਰਕੇ ਇਹਨਾਂ ਲੋਕਾਂ ਦੀ ਬਿਆਨਬਾਜ਼ੀ ਨੇ ਹੀ ਕਾਂਗਰਸ ਦਾ ਜਿਹੜਾ ਭੱਠਾ ਜਿਹੜਾ ਅੱਗੇ ਭਾਲਿਆ ਤੇ ਇਹ ਕਲੇਸ਼ ਉਸੇ ਤਰੀਕੇ ਨਾਲ ਹੁਣ ਜਾਰੀ ਰਹੇਗਾ। ਹੁਣ ਸਥਿਤੀ ਜਿਹੜੀ ਆ ਸਾਫ਼ ਹੋ ਗਈ ਆ ਕਿ ਉੱਥੇ ਕੀ ਹੋਇਆ ਤੇ ਪੰਜਾਬ ਦੇ ਵਿੱਚ ਕੀ ਹੋਣਾ। ਨਵਜੋਤ ਸਿੱਧੂ ਹੁਣੀ ਅੱਜ ਵੀ ਆਪਣੀ ਗਤੀਵਿਧੀਆਂ ਉਸੇ ਤਰੀਕੇ ਨਾਲ ਜਾਰੀ ਰੱਖੀਆਂ ਨੇ। ਅੱਜ ਵੀ ਉਹਨਾਂ ਨੇ ਨਸ਼ੇ ਦੇ ਸੰਬੰਧ ਵਿੱਚ ਬੜੇ ਮਹੱਤਵਪੂਰਨ ਟਵੀਟ ਜਿਹੜੇ ਕੀਤੇ ਨੇ ਔਰ ਗੱਲਬਾਤ ਵੀ ਪੱਤਰਕਾਰਾਂ ਨਾਲ ਕੀਤੀ ਆ। ਹੁਣ ਕੱਲ ਨੂੰ ਉਹ ਬੰਦੇ ਜਿਹੜੇ ਚਿੰਤਨ ਸ਼ਿਵਰ ਚਿੰਤਨ ਕੈਂਪ ਤੋਂ ਵਾਪਸ ਆਉਣਗੇ, ਆਪਣੀ ਥਕਾਵਟ ਤੋਂ ਲਾਉਣਗੇ, ਬਾਅਦ ਚ ਵੇਖਦੇ ਆ ਕਿ ਉਹ ਕੀ ਉਹਨਾਂ ਦੇ ਸੁਰ ਜਿਹੜੇ ਕਿਹੋ ਜਿਹੇ ਨੇ। ਲੱਗਦਾ ਨਹੀਂ ਕਿ ਉਹਨਾਂ ਦੇ ਸੁਰ ਬਦਲੇ ਹੋਣ, ਉਹਨਾਂ ਦੇ ਸੁਰ ਸਗੋਂ ਹੋਰ ਤੱਕੇ ਹੋਏ ਹੋਣਗੇ, ਕਿਉਂਕਿ ਇੱਥੇ ਜਿਹੜੀ ਰਾਜਸਥਾਨ 'ਚ ਜਿਹੜੀ ਖਿਚੜੀ ਪੱਕ ਗਈ ਹੋਈ ਆ ਉਹ ਹੁਣ ਪਲੇਟਾਂ 'ਚ ਪੈਣ ਵਾਲੀ ਆ। ਬਾਕੀ ਜ਼ਿਆਦਾ ਕੋਈ ਸਮਾਂ ਰਹਿ ਨਹੀਂ ਗਿਆ।
ਨਾ ਤਾਂ ਨਵਜੋਤ ਸਿੱਧੂ ਹੁਣੀ ਹਟਣਗੇ ਤੇ ਨਾ ਹੀ ਦੂਸਰੇ ਬੰਨੇ, ਤੇ ਘੱਟ ਤੋਂ ਘੱਟ ਸੁਖਜਿੰਦਰ ਆ ਜਿਹੜੀ ਮਾਝਾ ਬ੍ਰਿਗੇਡ, ਮੈਂ ਮਾਝਾ ਬ੍ਰਿਗੇਡ ਦੀ ਗੱਲ ਕਰ ਰਿਹਾ ਕਿ ਜੋ ਹੁਣ ਚਲੇ ਗਏ ਨੇ, ਘੱਟ ਤੋਂ ਘੱਟ ਕਿੱਥੇ ਸੁਖਜਿੰਦਰ ਦਾਵੇ ਦਾ ਕੱਦ ਤੇ ਕਿੱਥੇ ਸੁਨੀਲ ਜਾਖੜ ਦਾ ਕੱਦ ਅਗਰ ਵੇਖਿਆ ਜਾਵੇ ਤਾਂ ਦੋਵਾਂ ਦੇ ਕੱਦ ਦੇ ਵਿੱਚ ਜ਼ਮੀਨ ਅਸਮਾਨ ਦਾ ਅੰਤਰ ਹੈ, ਇਹ ਗੱਲ ਪੱਕੀ। ਬੇਸ਼ੱਕ ਉਹ ਵੱਖਰੇ ਖੇਤਰ ਦੇ, ਉਹ ਵੀ MLA, ਉਹ ਵੀ MLA, ਪਰ ਸੁਨੀਲ ਜਾਖੜ ਦਾ ਜਿਹੜਾ ਕੱਦ ਆ ਉਹ ਸੁਖਜਿੰਦਰ ਸਿੰਘ ਰੰਧਾਵੇ ਤੋਂ ਉੱਚਾ ਆ, ਆਪਣੀ ਇਮਾਨਦਾਰੀ ਕਰਕੇ, ਆਪਣੀ ਬੋਲਬਾਣੀ ਕਰਕੇ ਤੇ ਲੋਕਾਂ ਦਾ ਨਾਲ ਵਿਹਾਰ ਕਰਕੇ। ਸੋ ਤੁਹਾਡੀ ਗੱਲ ਠੀਕ ਆ ਕਿ ਹੁਣ ਸੋਚ ਲੈਣਾ ਚਾਹੀਦਾ ਕੁਝ ਬੋਲਣ ਦਾ। ਬਿਲਕੁਲ ਬਿਲਕੁਲ। ਅਣਖੀ ਸਾਹਿਬ, ਤੁਸੀਂ ਸਾਡੇ ਨਾਲ ਪ੍ਰੋਗਰਾਮ ਦੇ ਵਿੱਚ ਜੁੜੇ, ਤੁਹਾਡਾ ਬਹੁਤ ਬਹੁਤ ਧੰਨਵਾਦ। ਬਹੁਤ ਬਹੁਤ ਸ਼ੁਕਰੀਆ ਸੁਖਵਿੰਦਰ ਜੀ। ਤਾਂ ਇਹ ਸਨ ਪ੍ਰੋਫੈਸਰ ਮਨਜੀਤ ਸਿੰਘ ਅਣਖੀ ਸਾਹਿਬ, ਜਿਨ੍ਹਾਂ ਦੇ ਵੱਲੋਂ ਇਹਨਾਂ ਅਹਿਮ ਖਬਰਾਂ ਦੇ ਉੱਪਰ ਸਾਡੇ ਨਾਲ ਗੱਲਬਾਤ ਕੀਤੀ ਗਈ ਹੈ। ਉਮੀਦ ਕਰਦੇ ਹਾਂ ਕਿ ਅਣਖੀ ਸਾਹਿਬ ਦੇ ਨਾਲ ਕੀਤੀ ਗੱਲਬਾਤ ਤੁਹਾਨੂੰ ਜ਼ਰੂਰ ਪਸੰਦ ਆਈ ਹੋਊ। ਦੁਬਾਰਾ ਫਿਰ ਮਿਲਾਂਗੇ ਇਸ ਪ੍ਰੋਗਰਾਮ ਦੇ ਵਿੱਚ, ਤਦ ਤੱਕ ਦਿਓ ਇਜਾਜ਼ਤ। ਧੰਨਵਾਦ।